ਪਿੱਛੇ ਆਪਾਂ ਕੁਝ ਸੰਗਤ ਦੀ 9 ਪੌੜੀਆਂ ਦੀ ਵਿਚਾਰ ਜਪਜੀ ਸਾਹਿਬ ਦੀ ਸਰਵਣ ਕਰ ਚੁੱਕੇ ਹਾਂ, ਜਿਹਦੇ ਅੰਦਰ ਸਿੱਧਾਂ ਦੇ ਵੱਖ-ਵੱਖ ਸਵਾਲਾਂ ਦੇ ਮਹਾਰਾਜ ਜੀ ਉੱਤਰ ਦਿੰਦੇ, ਜਿਹੜੇ ਕੁਝ ਉਹਨਾਂ ਨੇ ਮਨ ਅੰਦਰ ਸਵਾਲ ਲਿਆਂਦੇ ਸੀ ਕਿ ਇਹ ਜਿਹੜਾ ਬਾਲਕ ਸਾਡੇ ਕੋਲ ਆਇਆ ਹੈ, ਇਹਨੂੰ ਆਪਾਂ ਨੀਵਾਂ ਦਿਖਾ ਦਈਏ। ਕੁਝ ਐਸੀ ਬਿਰਤੀ ਨੂੰ ਧਾਰਨ ਕਰਕੇ ਉਹ ਸਿੱਧਾਂ ਨੇ ਕਈ ਤਰ੍ਹਾਂ ਦੇ ਸਵਾਲ ਮਹਾਰਾਜ ਜੀ ਨੂੰ ਕੀਤੇ। ਤੇ ਜਦੋਂ ਸੰਗਤ ਜੀ ਅੱਗੇ ਫਿਰ ਕੋਈ ਪੂਰਾ ਬੈਠਾ ਹੋਵੇ, ਭਾਵੇਂ ਉਹ ਨਹੀਂ ਸੀ ਜਾਣਦੇ, ਫਿਰ ਅਧੂਰੇ ਜਿਹੜੇ ਨੇ ਉਹ ਸਵਾਲ ਕਰਨ, ਤੇ ਜਿਹੜਾ ਅੱਗੇ ਪੂਰਾ ਬੈਠਾ ਉਹਨੇ ਤੇ ਫਿਰ ਨਿਰੁੱਤਰ ਉਹਨਾਂ ਨੂੰ ਕਰਨਾ ਹੀ ਹੈ। ਤੇ ਕਈਆਂ ਦੀ ਆਦਤ ਐਸੀ ਹੁੰਦੀ ਹੈ ਕਿ ਵਾਰ-ਵਾਰ ਜੀ ਉਹਨਾਂ ਨੂੰ ਸਵਾਲਾਂ ਦਾ ਉੱਤਰ ਵੀ ਮਿਲੀ ਜਾਂਦਾ ਹੈ, ਪਰ ਫਿਰ ਵੀ ਉਹ ਜਿੱਦ ਜਿਹੜੀ ਬਹਿਸ ਹੈ ਉਹਨੂੰ ਛੱਡਦੇ ਨਹੀਂ। ਬਹਿਸ ਬਸਾਈਆ ਕਰੀ ਜਾਣਾ, ਜਿੱਦ ਕਰੀ ਜਾਣੀ, ਆਪਣੀ ਮਨਾਉਣ ਬਾਰੇ ਸੋਚਣਾ। ਸਿੱਧਾਂ ਦਾ ਵੀ ਕਹਿ ਲਓ ਕੁਝ ਐਸਾ ਹੀ ਮਾਣ ਹੰਕਾਰ ਸੀ ਉਹਨਾਂ ਦੇ ਅੰਦਰ ਕਿ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਨੀਵਾਂ ਦਿਖਾ ਦੇਣਾ ਹੈ ਤੇ ਆਪ ਇਹਨਾਂ ਤੋਂ ਉੱਚੇ ਬਣ ਕੇ ਬਹਿ ਜਾਣਾ ਹੈ। ਪਰ ਕਿੱਥੇ ਆਮ ਲੋਕ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਕਰਨਾ ਚਾਹੁੰਦੇ ਸੀ, ਕੁਝ ਰਿੱਧੀਆਂ ਸਿੱਧੀਆਂ ਦੁਆਰਾ, ਕੁਝ ਸਾਧਨਾ ਦੁਆਰਾ ਆਪਣੀ ਸੰਸਾਰ ਅੰਦਰ ਪ੍ਰਭਤਾ ਵਧਾਉਣੀ ਚਾਹੁੰਦੇ, ਤੇ ਕਿੱਥੇ ਪਰਮੇਸ਼ਰ ਦਾ ਸਰੂਪ ਆਪ ਹੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਸਾਹਮਣੇ ਬੈਠੇ ਨੇ, ਜਿਨ੍ਹਾਂ ਦਾ ਜਸ ਸਮੁੱਚੀ ਲੋਕਾਈ ਗਾ ਰਹੀ ਹੈ, ਜਿਸ ਦੀ ਪ੍ਰਾਪਤੀ ਵਾਸਤੇ ਅਸਲ ਦੇ ਵਿੱਚ ਉਹ ਸਿੱਧ ਉਹ ਪਰਮੇਸ਼ਰ ਤੋਂ ਖੁਸ਼ੀ ਲੈਣ ਵਾਸਤੇ ਸਾਧਨਾ ਧਾਰਨ ਕਰ ਰਹੇ ਸੀ। ਕੁਝ ਉਹਨਾਂ ਦੇ ਚੰਗੇ ਭਾਗ ਜਾਗੇ ਤੇ ਮਹਾਰਾਜ ਉੱਥੇ ਚਲੇ ਗਏ, ਪਰ ਉਹਨਾਂ ਨੂੰ ਪਹਿਚਾਨ ਨਾ ਆਈ। ਸਗੋਂ ਉਹਨਾਂ ਨੇ ਉਲਟੇ ਸਵਾਲ ਸਾਹਮਣੇ ਦਾਗ ਦਿੱਤੇ। ਕਿਸੇ ਵੇਲੇ ਸੰਗਤ ਦੀ ਕੁਝ ਨਾ ਕੁਝ ਸਾਨੂੰ ਪ੍ਰਾਪਤੀ ਹੋਣ ਵਾਲੀ ਹੁੰਦੀ ਹੈ, ਪਰ ਅਸੀਂ ਉੱਧਰੋਂ ਸੰਗਤ ਦੀ ਵਾਂਝੇ ਰਹਿ ਜਾਂਦੇ ਹਾਂ। ਮੰਜ਼ਿਲ 'ਤੇ ਪਹੁੰਚਣ ਵਾਲੇ ਹੀ ਹੁੰਦੇ ਹਾਂ, ਪਰ ਕੁਝ ਆਪਣਾ ਹੀ ਮਾਣ ਹੰਕਾਰ ਸਾਨੂੰ ਨੀਵਾਂ ਸੁੱਟ ਦਿੰਦਾ ਹੈ। ਜਿਹੜੇ ਕੁਝ ਸਿੱਧ ਸਨ ਉਹਨਾਂ ਦੇ ਨਾਲ ਵੀ ਕਹਿ ਲਓ ਐਸਾ ਹੀ ਬਣਿਆ। ਗੁਰੂ ਨਾਨਕ ਦੇਵ ਮਹਾਰਾਜ ਜੋ ਕਰਤਾਰ ਦਾ ਪਰਮੇਸ਼ਰ ਦਾ ਸਰੂਪ ਨੇ, ਪ੍ਰਤੱਖ ਉਹਨਾਂ ਦੇ ਦਰਸ਼ਨ ਹੋ ਗਏ, ਪਰ ਸਿੱਧਾਂ ਨੂੰ ਸੋਝੀ ਨਹੀਂ ਸੀ ਆ ਰਹੀ, ਕਿਉਂਕਿ ਵਡੇਰੀ ਉਮਰ ਦਾ ਵੀ ਇੱਕ ਮਾਣ ਹੰਕਾਰ ਸੀ। ਕੁਝ ਰਿੱਧੀਆਂ ਸਿੱਧੀਆਂ ਉਹਨਾਂ ਦੇ ਕੋਲ ਸਨ, ਉਹਦਾ ਵੀ ਮਾਣ ਹੰਕਾਰ। ਸੰਸਾਰ ਅੰਦਰ ਹੁਣ ਵੀ ਸੰਗਤ ਜੀ ਬੜੇ ਹੋਏ ਨੇ, ਕੁਝ ਰਿੱਧੀਆਂ ਸਿੱਧੀਆਂ ਕੋਲ ਆ ਗਈਆਂ ਤੇ ਬਾਅਦ ਦੇ ਵਿੱਚ ਆਪ ਗੁਰੂ ਬਣ ਕੇ ਬਹਿ ਜਾਂਦੇ। ਕਈ ਥਾਵਾਂ 'ਤੇ ਐਸੇ ਸੰਗਤ ਜੀ ਕੁਝ ਪੁਰਸ਼ ਦੇਖੇ ਨੇ ਕਿ ਉਹਨਾਂ ਦੇ ਕੋਲ ਜਦੋਂ ਕੁਝ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਆਖਦੇ ਕਿ ਮੈਂ ਹੀ ਗੁਰੂ ਨਾਨਕ ਦੇਵ ਮਹਾਰਾਜ ਹਾਂ, ਮੇਰੇ ਘੇਰੇ ਤੁਸੀਂ ਪਰਿਕਰਮਾ ਕਰੋ ਤੇ ਤੁਹਾਡਾ ਆਨੰਦ ਕਾਰਜ ਹੋਵੇਗਾ। ਇੱਦਾਂ ਦੇ ਮਨਮਤੀਏ ਲੋਕ ਵੀ ਸੰਸਾਰ ਅੰਦਰ ਅਜੇ ਵੀ ਨੇ, ਤੇ ਲੋਕ ਉਹਨਾਂ ਦੇ ਵੱਡੇ ਵੱਡੇ ਅਸਥਾਨ ਬਣਾਈ ਜਾ ਰਹੇ। ਵੱਡੇ ਵੱਡੇ ਸੰਗਤ ਜੀ ਗੁਰੂ ਘਰ ਉਹਨਾਂ ਦੇ ਨਾਮ 'ਤੇ ਬਣਾ ਦਿੱਤੇ, ਜਿਹੜੇ ਆਪ ਗੁਰੂ ਬਣ ਕੇ ਬਹਿ ਗਏ, ਜਿਹੜੇ ਆਖਦੇ ਨੇ ਕਿ ਅਸੀਂ ਹੀ ਪਹਿਲਾਂ ਗੁਰੂ ਨਾਨਕ ਦੇਵ ਰੂਪ ਧਾਰਨ ਕਰਕੇ ਆਏ ਤੇ ਹੁਣ ਮੈਂ ਆਹ ਸਰੀਰ ਧਾਰਨ ਕੀਤਾ ਹੈ। ਇਹ ਭਰਮ ਸਿੱਖਾਂ ਦੇ ਅੰਦਰੋਂ ਨਿਕਲ ਨਹੀਂ ਰਿਹਾ, ਇਹਦਾ ਵੀ ਇੱਕ ਕਾਰਨ ਬਣ ਗਿਆ। ਬਾਕੀ ਕੁਝ ਟੂਣਿਆਂ ਮੰਤਰਾਂ 'ਤੇ ਆਪਾਂ ਜ਼ਿਆਦਾ ਭਰੋਸਾ ਰੱਖਿਆ,
ਤੇ ਗੁਰੂ ਕੀ ਜਿਹੜੀ ਅਮੋਲਕ ਬਾਣੀ ਹੈ, ਇਹਨੂੰ ਆਪਾਂ ਕੁਝ ਵੀ ਸੰਗਤ ਜੀ ਸਮਝਦੇ ਨਹੀਂ। ਗੁਰੂ ਘਰ ਨੂੰ ਅਸਲ ਦੇ ਵਿੱਚ ਕੁਝ ਨਹੀਂ ਸਮਝਦੇ। ਜਿਹੜੀਆਂ ਕੁਝ ਮੜੀਆਂ ਮੱਟਾਂ ਜੀਆਂ ਬਣੀਆਂ ਹੋਈਆਂ, ਇਹਨੂੰ ਆਪਾਂ ਜ਼ਿਆਦਾ ਤਾਕਤਵਰ ਸਮਝਿਆ ਹੋਇਆ। ਜੇ ਇੱਥੇ ਕਿਤੇ ਸੰਗਤ ਜੀ ਕੋਈ ਗੁਰੂ ਘਰ ਕੰਧ ਢਾਉਣੀ ਹੈ ਜਾਂ ਉੱਦਾਂ ਇਮਾਰਤ ਨਵੀਂ ਬਣਾਉਣੀ ਹੋਵੇ, ਤੇ ਮਿੰਟੋ ਮਿੰਟ ਆਪਾਂ ਖਿਲਾਰ ਕੇ ਸੁੱਟ ਦਿੰਦੇ ਹਾਂ ਇੱਟਾਂ ਨੂੰ। ਤੇ ਜੇ ਕਿਤੇ ਕੋਈ ਮੜੀ ਮੱਟ ਐਵੇਂ ਬਿਨਾਂ ਵਜ੍ਹਾ ਬਣਾਇਆ ਹੋਵੇ, ਉਹ ਚੱਕਣਾ ਹੋਵੇ ਤੇ ਲੋਕ ਡਰੀ ਜਾਣਗੇ। ਇਹ ਤੋਂ ਕੀ ਪਤਾ ਚੱਲ ਜਾਂਦਾ ਹੈ ਕਿ ਸਾਨੂੰ ਗੁਰੂ ਨਾਨਕ ਦੇ ਦਰ ਦਾ ਕੋਈ ਡਰ ਨਹੀਂ। ਉਹ ਜਿਹੜੇ ਆਮ ਕੁਝ ਮੜੀਆਂ ਮੱਟਾਂ ਦੇ ਵਿੱਚ ਬੈਠੇ ਹੋਏ, ਉਹਨਾਂ ਦਾ ਬਹੁਤਾ ਡਰ ਹੈ। ਇੱਥੇ ਲਾਗੇ ਇੱਕ ਥਾਂ ਗਏ ਵੀ ਸੀ, ਵੱਡਾ ਸਾਰਾ ਗੁਰੂ ਘਰ ਢਾਹ ਦਿੱਤਾ ਤੇ ਛੋਟੀ ਜਿਹੀ ਵਿੱਚ ਮੱਟੀ ਬਣਾਈ ਤੇ ਉਹਦੇ ਵਾਸਤੇ ਫਿਰ ਬੁਲਾ ਲਿਆ। ਕਹਿੰਦੇ ਅਰਦਾਸ ਕਰਿਓ ਤੇ ਇਹ ਮੱਟੀ ਦਾ ਕੀ ਕਰੀਏ। ਤੇ ਆਖਿਆ ਕਿ ਇਹਨੂੰ ਚੱਕ ਦਿਓ। ਫਿਰ ਉਹ ਸਾਰੇ ਡਰ ਗਏ, ਕਹਿੰਦੇ ਡਰ ਲੱਗਦਾ ਹੈ। ਤੇ ਪੁੱਛਿਆ, ਜਦੋਂ ਵੀ ਇਹ ਗੁਰੂ ਘਰ ਏਡਾ ਵੱਡਾ ਗੁੰਮਟ ਢਾਹ ਕੇ ਸੁੱਟ ਦਿੱਤਾ, ਤੋੜ ਦਿੱਤਾ, ਉਦੋਂ ਨਾ ਡਰ ਲੱਗਿਆ। ਇਹ ਛੋਟੀ ਜਿਹੀਆਂ 4 ਇੱਟਾਂ ਜਿਹੜੀਆਂ ਧਰੀਆਂ, ਇਹਦੇ ਤੋਂ ਤੁਹਾਨੂੰ ਡਰ ਲੱਗੀ ਜਾ ਰਹੀ। ਇਹ ਸਿੱਖਾਂ ਅੰਦਰ ਸੰਗਤ ਜੀ ਐਸਾ ਕੁਝ ਕਹਿ ਲਓ ਕਿ ਸਿੱਖਾਂ ਦੇ ਜੀਵਨ ਅੰਦਰ ਐਸੀਆਂ ਗਿਰਾਵਟਾਂ ਆ ਗਈਆਂ ਨੇ ਗੁਰਬਾਣੀ ਤੋਂ ਟੁੱਟਣੇ ਕਾਰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਅੰਦਰ ਐਵੇਂ ਸੰਗਤ ਜੀ ਕੋਈ ਸ਼ਬਦ ਨਹੀਂ ਲਿਖੇ। ਤਾਂ ਹੀ ਕਿਹਾ ਹੈ ਨਾ ਕਿ ਸਭ ਤੇ ਉੱਤਮ ਹਰ ਕੀ ਕਥਾ। ਗੁਰਬਾਣੀ ਦੀ ਵਿਚਾਰਧਾਰਾ ਸਾਨੂੰ ਇਹ ਚੀਜ਼ਾਂ ਦੇ ਨਾਲ ਸੰਗਤ ਜੀ ਫਿਰ ਜੋੜਦੀ ਹੈ, ਸੱਚ ਸਿਧਾਂਤ ਦੇ ਨਾਲ। ਤੇ ਜਿਹੜਾ ਇਹ ਝੂਠ ਦਾ ਸੰਗਤ ਜੀ ਪਸਾਰਾ ਪਸਰਿਆ, ਇਹਦੇ ਨਾਲੋਂ ਤੋੜਦੀ ਹੈ। ਕਥਾ ਵਿਚਾਰ ਦੇ ਨਾਲ ਹੀ ਸਾਡਾ ਜੀਵਨ ਜਿਹੜਾ ਬਦਲਾਅ ਦੇ ਵਿੱਚ ਆਉਂਦਾ ਹੈ। ਕਹਿ ਲਓ ਕਿ ਜਿੱਦਾਂ ਝੜੀ ਚੰਗੀ ਲੱਗੀ ਹੋਵੇ ਤੇਜ਼, ਉਹ ਸਾਰੇ ਥਾਵਾਂ 'ਤੇ ਥਾਂ ਨੂੰ ਧੋ ਕੇ ਰੱਖ ਦਿੰਦੀ ਹੈ, ਗੰਦਗੀ ਪਾਸੇ ਕੱਢ ਦਿੰਦੀ ਹੈ। ਇਸੇ ਤਰ੍ਹਾਂ ਹੀ ਇਹ ਕਥਾ ਇੱਕ ਝੜੀ ਦੀ ਤਰ੍ਹਾਂ ਹੀ ਹੈ। ਇਹ ਸਾਰੇ ਗੰਦਮੰਦ ਨੂੰ ਸੰਗਤ ਜੀ ਹੋਂਜ ਕੇ ਪਾਸੇ ਕਰ ਦਿੰਦੀ, ਜੇ ਕਿਤੇ ਇਹ ਝੜੀ ਦੇ ਆਪਾਂ ਵਿੱਚ ਹੋ ਜਾਈਏ। ਕੋਈ ਲਿਬੜਿਆ ਹੋਵੇ ਗਾਰੇ ਨਾਲ ਤੇ ਮੀਂਹ ਤੇਜ਼ ਹੋਵੇ ਤੇ ਸਾਰਾ ਕੁਝ ਸੰਗਤ ਜੀ ਉਹ ਲਾ ਦਿੰਦਾ ਹੈ, ਗਾਰਾ ਮੀਂਹ ਸਾਡੇ ਉੱਪਰੋਂ। ਆ ਜਿਹੜੀ ਕਿਣਮਿਣ ਹੁੰਦੀ ਹੈ ਛੋਟੀ ਛੋਟੀ, ਇਹਦੇ ਅੰਦਰ ਇੰਨੀ ਤਾਕਤ ਨਹੀਂ ਹੁੰਦੀ। ਪਰ ਜਿਹੜਾ ਝੜੀ ਵਾਲਾ ਮੀਂਹ ਹੁੰਦਾ ਹੈ, ਚੰਗਾ ਤੇਜ਼ੀ ਦੇ ਨਾਲ ਮੀਂਹ ਪਵੇ, ਉਹਦੇ ਨਾਲ ਫਿਰ ਉਹ ਗੰਦਮੰਦ ਹੁੰਜਿਆ ਜਾਂਦਾ। ਇਹ ਕਥਾ ਕਹਿ ਲਓ ਕਿ ਉਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਮੀਂਹ ਆਉਂਦਾ ਹੈ, ਉਸੇ ਤਰ੍ਹਾਂ ਹੀ ਸਾਡੇ ਜੀਵਨ ਅੰਦਰ ਅਸਰ ਕਰਦੀ ਹੈ। ਪਰ ਇਹਦੇ ਤੋਂ ਆਪਾਂ ਕੁਝ ਵਾਂਝੇ ਹੋ ਗਏ। ਆ ਤੁਹਾਡੇ ਇਹ ਇਲਾਕੇ ਦੇ ਵਿੱਚ ਉਹ ਢੋਲਕੀਆਂ ਛੈਣਿਆਂ ਵਾਲਾ ਕੰਮ ਸੰਗਤ ਦੀ ਬਹੁਤਾ ਹੈ। ਕਿਉਂ ਬਹੁਤਾ ਹੋ ਗਿਆ ਕਿ ਸਾਡੇ ਮਨ ਨੂੰ ਵੀ ਸੰਗਤ ਦੀ ਉਹ ਨੱਚਣ ਕੁੱਦਣ ਵਾਲਾ ਕੰਮ ਹੀ ਚੰਗਾ ਲੱਗਦਾ। ਜੇ ਗੁਰਬਾਣੀ ਦਾ ਕੀਰਤਨ ਆਪਾਂ ਰਾਗਾਂ ਦੇ ਵਿੱਚ ਸੁਣਨਾ ਹੋਵੇ ਤੇ ਸਾਨੂੰ ਨਾਲ ਹੀ ਪੱਛੀ ਪੈ ਜਾਂਦੀ, ਕਿਉਂਕਿ ਉਹ ਜਿਹੜਾ ਅਸਲੀ ਕੀਰਤਨ ਦੀ ਗਾਇਨ ਕਰਨ ਦੀ ਸ਼ੈਲੀ ਸੀ, ਉਹ ਨਹੀਂ ਸਾਨੂੰ ਚੰਗੀ ਲੱਗਦੀ। ਆ 2-4 ਚੁੰਮਟੇ ਇੱਧਰੋਂ ਵਜਾ ਦਿੱਤੇ, ਚਲੋ ਠੀਕ ਹੈ, ਕੁਝ ਨਾ ਕੁਝ ਸਮਾਂ ਜ਼ਰੂਰ ਸੁਣੋ। ਪਰ ਜੇ ਆਖੀਏ ਕਿ ਉਹੀ ਸਾਰਾ ਕੁਝ ਹੈ, ਉਹਦੇ ਵਿੱਚ ਕੁਝ ਕੱਚੀ ਧਾਰਨਾ ਪੜ੍ਹੀ ਜਾਂਦੀ ਹੈ, ਫਿਰ ਉਹ ਗੁਰਬਾਣੀ ਨਹੀਂ ਪੂਰਨ ਰੂਪ ਅੰਦਰ ਪੜ੍ਹੀ ਜਾਂਦੀ ਉਹਦੇ ਅੰਦਰ। ਫਿਰ ਜਦੋਂ ਸੰਗਤ ਜੀ ਕੱਚੀ ਬਾਣੀ ਪੜ੍ਹੀ ਗਈ ਤੇ ਉਹਨਾਂ ਨੇ ਸਿੱਖ ਕਿੱਥੋਂ ਪੱਕੇ ਬਣਾ ਦੇਣੇ। ਕੱਚੀ ਚੀਜ਼ ਹਮੇਸ਼ਾ ਅੱਗੇ ਵੀ ਸੰਗਤ ਜੀ ਕੱਚਾ ਪ੍ਰਭਾਵ ਦਿਖਾਵੇਗੀ।
ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ ਹੋਰ ਕੱਚੀ ਬਾਣੀ। ਕਹਦੇ ਕੱਚੇ ਉਹ ਕਹਿਣ ਵਾਲੇ ਵੀ ਕੱਚੇ ਨੇ, ਸੁਣਦੇ ਕੱਚੇ ਉਹ ਅੱਗੇ ਬਹਿ ਕੇ ਸੁਣਨ ਵਾਲੇ ਵੀ ਕੱਚੇ ਨੇ। ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਉਹ ਕਥਨ ਕਰਨ ਵਾਲੇ, ਉਹਦੀ ਵਿਚਾਰ ਨੂੰ ਕਥਨ ਕਰਨ ਵਾਲੇ ਵੀ ਕੁਝ ਕੱਚੇ ਲੋਕ ਨੇ, ਸੁਣਨ ਵਾਲੇ ਵੀ ਕੱਚੇ ਨੇ। ਤੇ ਜਦੋਂ ਫਿਰ ਪੱਕੇ ਬਣੇ ਨਾ ਤੇ ਗੁਰੂ ਤੋਂ ਖੁਸ਼ੀ ਕਿੱਦਾਂ ਲਵਾਂਗੇ? ਕੋਈ ਕੱਚੀ ਫਸਲ ਵੱਢ ਲਵੇ ਤੇ ਉਹਨੂੰ ਲਾਹਾ ਕੀ ਹੋਣਾ ਹੈ? ਪੱਕੀ ਵੱਢੇਗਾ ਤਾਂ ਹੀ ਕੁਝ ਲਾਹਾ ਹੋਵੇਗਾ ਨਾ। ਇਸੇ ਤਰ੍ਹਾਂ ਹੀ ਅਸੀਂ ਆਪਣੇ ਮਨ ਦੇ ਮਨੋਰੰਜਨ ਦੇ ਨਾਲ ਸੰਗਤ ਜੀ ਜੁੜੇ ਹੋਏ ਹਾਂ, ਗੁਰਬਾਣੀ ਦੀ ਵਿਚਾਰ ਦੇ ਨਾਲ ਨਹੀਂ। ਬਸ ਉੱਥੇ ਸੰਗਤ ਜੀ ਆਪਾਂ ਕੁਝ ਨੱਚਦੇ ਨਹੀਂ, ਬਾਕੀ ਸਾਰਾ ਸਾਡਾ ਮਨ ਉਸੇ ਤਰ੍ਹਾਂ ਕਰਦਾ ਹੁੰਦਾ, ਪੈਰ ਹਿਲਾਈ ਜਾਂਦੇ, ਗੋਡੇ ਹਿਲਦੇ, ਸਾਡੇ ਧੌਣਾਂ ਹਿਲਦੀਆਂ ਨੇ, ਕੰਮ ਪੂਰਾ ਚੱਲਦਾ ਹੈ। ਬਸ ਬਾਹਰੋਂ ਉਹ ਸਿੱਧਾ ਹੋ ਕੇ ਆਪਾਂ ਨੱਚਦੇ ਨਹੀਂ। ਉਸੇ ਤਰ੍ਹਾਂ ਪੈਰ ਪੂਰ ਸਾਡੇ ਹਿੱਲਣਗੇ। ਜੇ ਕਿਤੇ ਛੂਟ ਮਿਲ ਜਾਵੇ, ਕਈਆਂ ਥਾਵਾਂ 'ਤੇ ਦੇਖਿਆ ਵੀ ਹੈ, ਉਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਹੀ ਉਹ ਛੈਣਿਆਂ ਤੇ ਫਿਰ ਨੱਚਣਾ ਸ਼ੁਰੂ ਕਰ ਦਿੰਦੇ ਨੇ। ਭਾਵ ਕਿ ਮਨ ਦੇ ਮਨੋਰੰਜਨ ਦੇ ਪਿੱਛੇ ਆਪਾਂ ਤੁਰੇ ਹੋਏ। ਕੋਈ ਕੱਚੀ ਬਾਣੀ ਸਾਨੂੰ ਸੁਣਾਵੇ, ਕੋਈ ਪੱਕੀ ਸੁਣਾਵੇ, ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ। ਪਰ ਜਦੋਂ ਫਿਰ ਗੁਰਬਾਣੀ ਦੇ ਸੰਗਤ ਜੀ ਆਪਾਂ ਅਰਥ ਪੜ੍ਹਾਂਗੇ, ਫਿਰ ਸਾਨੂੰ ਇਹਨਾਂ ਗੱਲਾਂ ਦੇ ਬਾਰੇ ਪਤਾ ਚੱਲਦਾ ਕਿ ਕੱਚੀ ਬਾਣੀ ਕਿਹੜੀ ਹੈ ਤੇ ਪੱਕੀ ਬਾਣੀ ਕਿਹੜੀ ਹੈ। ਸੱਚੇ ਗੁਰੂ ਦੇ ਮੁਖਾਰਬਿੰਦ ਤੋਂ ਨਿਕਲੀ ਹੋਈ ਬਾਣੀ ਸੰਗਤ ਜੀ ਸੱਚੀ ਹੈ ਤੇ ਪੱਕੀ ਹੈ। ਆਮ ਕੁਝ ਆਪਣੇ ਕੋਲੋਂ ਗੱਲਾਂ ਜੋੜੀਆਂ, ਉਹ ਕਵਿਤਾ ਜੀਆਂ ਬਣਾ ਕੇ ਸੁਣਾ ਦਿੱਤੀਆਂ, ਉਹ ਪੱਕੀ ਬਾਣੀ ਥੋੜ੍ਹਾ ਹੋਈ। ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਗੁਰੂ ਦੇ ਮੁਖਾਰਬਿੰਦ ਤੋਂ ਬਚਨ ਨਿਕਲਦੇ ਨੇ ਉਹ ਸਾਡੀ ਕਲਿਆਣ ਕਰਦੇ ਨੇ। ਤਾਂ ਹੀ ਗੁਰਬਾਣੀ ਆਪਾਂ ਕਹਿੰਦੇ ਆ, ਜੋ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੀ ਉਹਨੇ ਹੀ ਸਾਡੀ ਕਲਿਆਣ ਕਰਨੀ, ਹੋਰ ਕਿਸੇ ਅੰਦਰ ਨਹੀਂ ਸਮਰੱਥਾ ਹੈ। ਆਓ ਹੁਣ ਆਪਾਂ ਇਹ ਵਡਮੁੱਲੀ ਬਾਣੀ ਦੀ ਵਿਚਾਰ ਕੁਝ ਸਮਾਂ ਕਰੀਏ, ਜਿਹਨੂੰ ਮੂਲੇ ਧਾਰ ਵਰਖਾ ਦੀ ਤਰ੍ਹਾਂ ਸੰਗਤ ਜੀ ਮਹਾਂਪੁਰਖਾਂ ਵੀ ਇਹ ਇੱਕ ਦ੍ਰਿਸ਼ਟਾਂਤ ਜਿਹਾ ਦਿੰਦਿਆਂ ਹੋਇਆਂ ਸਮਝਾਇਆ ਹੈ ਕਿ ਕਥਾ ਮੂਲੇ ਧਾਰ ਇੱਕ ਵਰਖਾ ਦੀ ਤਰ੍ਹਾਂ ਹੈ। ਇੰਨੀ ਤੇਜ਼ੀ ਦੇ ਨਾਲ ਇਹਦਾ ਵਹਾਅ ਵਹਿੰਦਾ ਹੈ ਕਿ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਗੰਦਗੀ ਪਾਸੇ ਕਰ ਦਿੰਦੀ ਹੈ। ਪਰ ਜੇ ਕਿਤੇ ਸੰਗਤ ਜੀ ਇਹ ਵਹਾਅ ਦੇ ਵਿੱਚ ਹੋ ਜਾਈਏ, ਉਹੀ ਗੱਲ ਫੇਰ ਆ ਗਈ, ਜਿਹੜੇ ਥਾਂ ਦੇ ਉੱਪਰ ਇਹ ਮੂਲੇ ਧਾਰ ਮੀਂਹ ਨਾ ਪਿਆ, ਉਹਦੀ ਗੰਦਗੀ ਨਹੀਂ ਧੁੱਪਣੀ, ਉਸੇ ਤਰ੍ਹਾਂ ਬਣੀ ਰਹਿਣੀ ਹੈ। ਤੇ ਜਿਸ ਢਿੱਗ ਦੇ ਉੱਪਰ ਇਹ ਮੀਂਹ ਪੈ ਜਾਂਦਾ, ਖੋਰ ਕੇ ਮਿੱਟੀ ਸੰਗਤ ਜੀ ਸਾਰੀ ਲੈ ਜਾਂਦੀ ਹੈ। ਤੇਜ਼ੀ ਦੇ ਨਾਲ ਮੀਂਹ ਪਵੇ, ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਸੀ ਪਹਿਲਾਂ ਸਾਰਿਆਂ ਦੀਆਂ ਤਕਰੀਬਨ, ਤੇ ਕਿੱਦਾਂ ਫਿਰ ਉੱਪਰ ਨਾਲਿਆਂ ਦੇ ਰਾਹੀਂ ਮਿੱਟੀ ਵੀ ਤੁਰੀ ਆਉਂਦੀ। ਤੇ ਜਦੋਂ ਛੋਟੀ ਛੋਟੀ ਕਿਣਮਿਣ ਹੋਵੇ ਤੇ ਫਿਰ ਉਹ ਅੰਦਰ ਧੱਸਦੀ ਜਾਂਦੀ, ਉਹ ਮਿੱਟੀ ਲਾਉਂਦੀ ਨਹੀਂ ਥੱਲੇ। ਇਸੇ ਤਰ੍ਹਾਂ ਇਹ ਜਿਹੜੀ ਕਥਾ ਮੂਲੇ ਧਾਰ ਮੀਂਹ ਦੀ ਤਰ੍ਹਾਂ ਹੈ। ਜੇ ਕਿਤੇ ਇਹ ਮੂਲੇ ਧਾਰ ਮੀਂਹ ਦੇ ਥੱਲੇ ਹੋ ਜਾਈਏ, ਇਹਨੇ ਗੰਦਗੀ ਧੋਣੀ ਹੀ ਧੋਣੀ ਹੈ। ਹੁਣ ਅਸੀਂ ਦੇਖਣਾ ਕਿ ਇਹਦੇ ਥੱਲੇ ਹੋਣਾ ਹੈ ਜਾਂ ਪਾਸੇ ਰਹਿਣਾ। ਥੱਲੇ ਹੋਵਾਂਗੇ ਤੇ ਸਾਡੀ ਕੁਝ ਗੰਦਗੀ ਧੁੱਪੇਗੀ। ਇਹ ਗੰਦਗੀ ਕਿੱਦਾਂ ਧੋਂਦੀ ਹੈ? ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ। ਤੇ ਮਹਾਰਾਜ ਆਖਦੇ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਹੀ, ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇਹ, ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਪਰਮੇਸ਼ਰ ਦੇ ਨਾਮ ਦੀ ਰੰਗਤ ਦੇ ਨਾਲ ਹੀ ਸਾਡੀ ਮਤ ਜਿਹੜੀ ਉਜਲ ਹੋਵੇਗੀ। ਆਓ ਹੁਣ ਵਿਚਾਰ ਆਪਾਂ ਜੋ 9 ਪੌੜੀਆਂ ਦੀ ਪਹਿਲਾਂ ਸਰਵਣ ਕਰ ਚੁੱਕੇ ਜਪਜੀ ਸਾਹਿਬ ਦੀ, 10ਵੀਂ ਪੌੜੀ ਜਿਹੜੀ ਉਹ ਆਰੰਭ ਹੋ ਰਹੀ ਹੈ।
ਮਹਾਰਾਜ ਇਹਦੇ ਅੰਦਰ ਪਰਮੇਸ਼ਰ ਦੀ ਵਡਿਆਈ ਸਰਵਣ ਕਰਨ ਦਾ ਕੀ ਮਹਾਤਮ ਦੱਸ ਰਹੇ ਨੇ। ਹੁਣ ਆਪਾਂ ਵੀ ਇੱਥੇ ਬਹਿ ਕੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਰਵਣ ਕਰਦੇ ਪਏ। ਹੁਣ ਇਹਦਾ ਕੀ ਮਹਾਤਮ ਸਾਨੂੰ ਮਿਲੇਗਾ, ਕੀ ਲਾਹਾ ਹੋਵੇਗਾ, ਆਓ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਹੀ ਆਪਾਂ ਸਰਵਣ ਕਰਦੇ ਹਾਂ। ਸੁਣਿਐ ਸਤ ਸੰਤੋਖ ਗਿਆਨ। ਮਹਾਰਾਜ ਉਹ ਸਿੱਧਾਂ ਨੂੰ ਵੀ ਕਹਿ ਰਹੇ ਨੇ ਅਤੇ ਸਾਨੂੰ ਵੀ ਦੱਸ ਰਹੇ ਕਿ ਤੁਸੀਂ ਥੱਲੇ ਬਹਿ ਕੇ ਸੁਣ ਰਹੇ ਹੋ ਅਤੇ ਇਹ ਗੱਲ ਪੱਲੇ ਬੰਨ੍ਹ ਲਓ। ਹਰ ਰੋਜ਼ ਤੁਸੀਂ ਹਾਜ਼ਰੀ ਭਰ ਕੇ ਇਹ ਵਿਚਾਰ ਨੂੰ ਸਰਵਣ ਕੀਤਾ, ਗੁਰੂ ਕੀ ਵਡਿਆਈ ਨੂੰ ਸਰਵਣ ਕੀਤਾ। ਇਹਦਾ ਲਾਹਾ ਜੇ ਤੁਸੀਂ ਪੁੱਛੋ ਤਾਂ ਮੈਂ ਤੁਹਾਨੂੰ ਦੱਸਦਾ ਹਾਂ। ਪਰਮੇਸ਼ਰ ਦੀ ਵਡਿਆਈ ਸਰਵਣ ਕਰਨ ਦੇ ਨਾਲ ਮਹਾਰਾਜ ਆਖਦੇ ਕਿ ਸੱਤ, ਜੀਵ ਨੂੰ ਸੱਚ ਕਦੋਂ ਬੋਲਣਾ ਹੈ ਜਾਂ ਸੱਚ ਦੇ ਨਾਲ ਹੀ ਸਦਾ ਜੁੜ ਕੇ ਰਹਿਣਾ ਹੈ। ਫਿਰ ਸੰਤੋਖ ਕੀ ਹੈ ਅਤੇ ਸੱਚ ਕੀ ਹੈ। ਗਿਆਨ, ਇਹਦਾ ਗਿਆਨ ਹੋ ਜਾਂਦਾ ਹੈ। ਸੱਚ ਅਤੇ ਸੰਤੋਖ ਦਾ ਗਿਆਨ ਹੋ ਜਾਂਦਾ ਹੈ। ਕਦੋਂ ਜਾਂ ਸਤ ਪ੍ਰਤੱਗੀ ਕਿੱਦਾਂ ਹੋਣਾ ਹੈ, ਸੰਤੋਖੀ ਕਿੱਦਾਂ ਬਣਨਾ, ਇਹਦੇ ਬਾਰੇ ਪਤਾ ਚੱਲਦਾ ਹੈ ਜਦੋਂ ਗੁਰੂ ਪਰਮੇਸ਼ਰ ਦੀ ਵਡਿਆਈ ਵਿੱਚ ਆਪਾਂ ਜੁੜ ਕੇ ਬਹਿੰਦੇ ਹਾਂ। ਜਾਂ ਕਹਿ ਲਓ ਸੰਗਤ ਜੀ, ਜਦੋਂ ਪਰਮੇਸ਼ਰ ਦੀ ਵਡਿਆਈ ਆਪਾਂ ਸੁਣੀਏ ਐਸਾ ਗਿਆਨ ਆ ਜਾਂਦਾ ਹੈ, ਅਸੀਂ ਉਸ ਸਮੇਂ ਫਿਰ ਸਤ ਪ੍ਰਤੱਗੀ ਹੋ ਜਾਂਦੇ। ਸਾਡੇ ਹਿਰਦੇ ਅੰਦਰ ਸੰਤੋਖ ਆ ਜਾਂਦਾ ਹੈ ਕੁਝ। ਅਤੇ ਜਿੰਨਾ ਚਿਰ ਸੰਗਤ ਜੀ ਜੀਵਨ ਅੰਦਰ ਸੰਤੋਖ ਨਹੀਂ ਆਉਂਦਾ, ਉਹਨਾਂ ਚਿਰ ਬੰਦੇ ਨੂੰ ਰੱਜ ਵੀ ਨਹੀਂ ਆਉਂਦਾ। ਕਹਿ ਲਓ ਕਿ ਕੋਈ ਭਾਂਡਾ ਹੈ ਅਤੇ ਉਹਦਾ ਉੱਪਰੋਂ ਢੱਕਣ ਆਪਾਂ ਲਾਹਿਆ, ਕੋਈ ਵਸਤੂ ਪਾ ਰਹੇ, ਥੱਲੇ ਉਹਦਾ ਥੱਲਾ ਹੀ ਹੈ ਨਹੀਂ, ਉਹ ਕਦੀ ਨਹੀਂ ਭਰੇਗਾ, ਭਾਵੇਂ ਸਾਰੀ ਉਮਰ ਉਹਦੇ 'ਚ ਵਸਤੂ ਪਾਈ ਜਾਓ। ਪਾਉਣ ਵਾਲਾ ਹੰਬ ਜਾਵੇਗਾ, ਉਹ ਭਰਨਾ ਨਹੀਂ, ਕਿਉਂਕਿ ਥੱਲਾ ਹੀ ਉਹਦਾ ਨਹੀਂ। ਸਾਡੀ ਵੀ ਕੁਝ ਐਸੀ ਹਾਲਤ ਹੋ ਗਈ। ਸਾਡੇ ਕੋਲ ਹੈ ਬਹੁਤਾ ਕੁਝ ਹੈ, ਪਰ ਸੰਤੋਖ ਰੂਪੀ ਥੱਲਾ ਸਾਡੇ ਕੋਲ ਨਹੀਂ। ਤਾਂ ਕਰਕੇ ਇਹ ਸਾਡਾ ਮਨ ਰੂਪੀ ਭਾਂਡਾ ਸੰਗਤ ਜੀ ਕਦੀ ਭਰਦਾ ਹੀ ਨਹੀਂ ਹੈ। ਇੰਨੀ ਦੌਲਤ ਹੈ, ਇੰਨਾ ਘਰ-ਬਾਰ ਹੈ, ਇੰਨਾ ਕੁਝ ਸਾਡੇ ਕੋਲ ਹੈ, ਤਾਂ ਵੀ ਮਰੂ ਕਰੀ ਜਾਂਦੇ ਹਨ, ਹੈ ਹੀ ਕੁਝ ਨਹੀਂ। ਇਹ ਕਿਉਂ ਨਹੀਂ ਸਾਨੂੰ ਰੱਜ ਆ ਰਿਹਾ? ਇੱਥੇ ਮਹਾਰਾਜ ਦੱਸ ਰਹੇ ਸੰਤੋਖ ਨਹੀਂ ਸਾਡੇ ਕੋਲ ਆਇਆ। ਉਹ ਸੰਤੋਖ ਕਿੱਦਾਂ ਪ੍ਰਾਪਤ ਹੋਣਾ ਸੀ? ਪਰਮੇਸ਼ਰ ਦੀ ਵਡਿਆਈ ਨੂੰ ਸਰਵਣ ਕੀਤਿਆਂ। ਜਿੰਨਾ ਚਿਰ ਉਹਦੀ ਵਡਿਆਈ ਨੂੰ ਸਰਵਣ ਨਾ ਕੀਤਾ, ਉਹਨਾਂ ਚਿਰ ਸੰਤੋਖ ਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਦੇ ਗਿਆਨ ਦੇ ਦੁਆਰਾ ਹੀ ਸੰਤੋਖ ਆਉਂਦਾ ਹੈ। ਹੁਣ ਉਹ ਭਾਂਡਾ ਨਹੀਂ ਭਰਦਾ, ਇਹ ਤਾਂ ਆਪਾਂ ਸਾਰੇ ਸਮਝਦੇ ਇਹਨਾਂ ਗੱਲਾਂ ਨੂੰ। ਘੜਾ ਥੱਲੋਂ ਚੋਂਦਾ ਹੋਵੇ ਅਤੇ ਟੂਟੀ ਛੱਡੋ, ਉਤੋਂ ਨਹੀਂ ਪੜਨਾ ਉਹਨੇ। ਜਿਹੜੀ ਮਗਰੋਂ ਟੈਂਕੀ ਭਾਵੇਂ ਖਾਲੀ ਹੋ ਜਾਵੇ, ਉਹ ਘੜੇ ਨੇ ਨਹੀਂ ਭਰਨਾ, ਕਿਉਂਕਿ ਥੱਲੋਂ ਨਿਕਲਦਾ ਜਾਣਾ ਨਾਲੋਂ ਨਾਲ। ਅਤੇ ਸਾਡੇ ਵੀ ਕੁਝ ਹਾਲਾਤ ਐਸੇ ਨੇ। ਮਹਾਰਾਜ ਕਹਿੰਦੇ ਜਦੋਂ ਤੁਸੀਂ ਪਰਮੇਸ਼ਰ ਦੀ ਵਡਿਆਈ ਸਰਵਣ ਕਰੋਗੇ, ਤੁਹਾਨੂੰ ਇਹਨਾਂ 'ਤੇ ਲਾਹਾ ਹੋਵੇਗਾ, ਤੁਹਾਡੇ ਅੰਦਰ ਸੰਤੋਖ ਆ ਜਾਵੇਗਾ, ਰੱਜ ਆਵੇਗਾ ਤੁਹਾਨੂੰ। ਜਦੋਂ ਸੰਤੋਖ ਰੂਪੀ ਥੱਲਾ ਪ੍ਰਾਪਤ ਹੋ ਗਿਆ ਅਤੇ ਆਪੇ ਸੰਗਤ ਜੀ ਛੇਤੀ ਫਿਰ ਭਾਂਡਾ ਭਰ ਜਾਂਦਾ ਹੈ, ਰੱਜ ਆ ਜਾਂਦਾ ਹੈ। ਕਿਸੇ ਵੇਲੇ ਕਈਆਂ ਸੰਗਤ ਜੀ ਬਹੁਤੇ ਪ੍ਰਸ਼ਾਦੇ ਛਕ ਜਾਂਦੇ ਨੇ ਅਤੇ ਛਕਾਉਣ ਵਾਲੇ ਵੀ ਕਹਿੰਦੇ ਤੂੰ ਭਾਈ ਰੱਜਦਾ ਹੀ ਨਹੀਂ। ਉਹ ਕਿਸੇ ਵੇਲੇ ਸੰਗਤ ਜੀ ਉਹ ਰੱਜ ਜਾਂਦੇ ਨੇ, ਪਰ ਅੱਖਾਂ ਨਹੀਂ ਭਰਦੀਆਂ, ਉਹ ਫਿਰ ਉਤੋਂ ਦੀ ਤੁੰਨੀ ਜਾਂਦੇ। ਸੰਤੋਖ ਨਹੀਂ ਨਾ ਜੀਵਨ ਅੰਦਰ। ਅਤੇ ਆਮ ਲੋਕ ਕਹਿ ਵੀ ਦਿੰਦੇ ਭਾਈ ਤੈਨੂੰ ਥੋੜ੍ਹਾ ਬਹੁਤਾ ਧਿਆਨ ਰੱਖਣਾ ਚਾਹੀਦਾ ਹੈ, ਦੇਖਣਾ ਚਾਹੀਦਾ ਇੱਧਰ ਉੱਧਰ। ਇਸੇ ਤਰ੍ਹਾਂ ਹੀ ਸਾਡੇ ਜੀਵਨ ਅੰਦਰ ਤਾਂ ਹੀ ਸੰਤੋਖ ਆਉਣਾ ਜਦੋਂ ਪਰਮੇਸ਼ਰ ਦੀ ਵਡਿਆਈ ਨੂੰ ਸੁਣਾਂਗੇ। ਪਤਾ ਚੱਲਿਆ ਸੰਤੋਖ ਦਾ ਕਿੱਦਾਂ ਪਤਾ ਚੱਲਿਆ? ਮਹਾਰਾਜ ਸਾਨੂੰ ਗੁਰਬਾਣੀ ਅੰਦਰ ਕਹਿੰਦੇ ਕਿ ਇਹ ਸੰਸਾਰ ਨੇ ਸਾਰੇ ਨੇ ਖਤਮ ਹੋ ਜਾਣਾ, ਕੀ ਤੂੰ ਇਕੱਠਾ ਕਰੀ ਜਾ ਰਿਹਾ ਹੈ? ਸੰਸਾਰ ਅੰਦਰ ਜਿਹੜੇ 3 ਮਿੱਤਰ ਮੰਨੇ ਨੇ, ਇਹ ਹੌਲੀ ਹੌਲੀ ਸਾਥ ਛੱਡ ਦਿੰਦੇ। 3 ਹੀ ਮਿੱਤਰ ਨੇ ਸੰਸਾਰ ਅੰਦਰ ਜੀਵ ਦੇ। ਪਹਿਲਾ ਮਿੱਤਰ ਹੈ ਧਨ, ਦੂਜਾ ਮਿੱਤਰ ਹੈ ਸਾਰਾ ਪਰਿਵਾਰ, ਅਤੇ ਤੀਜਾ ਮਿੱਤਰ ਹੈ ਉਹਦੇ ਕਰਮ ਕੀਤੇ ਹੋਏ।
ਧਨ ਦੀ ਮਿੱਤਰਤਾ ਓਨਾ ਚਿਰ ਤੱਕ ਹੈ ਜਿੰਨਾ ਚਿਰ ਇਹ ਸਰੀਰ ਦੇ ਅੰਦਰ ਪ੍ਰਾਣ ਚੱਲਦੇ ਨੇ। ਪਰਿਵਾਰ ਦੀ ਮਿੱਤਰਤਾ ਓਨਾ ਚਿਰ ਤੱਕ ਹੈ ਜਿੰਨਾ ਚਿਰ ਉਹ ਮੜੀ ਵਿੱਚ ਨੱਪ ਨਹੀਂ ਦਿੰਦੇ ਜਾਂ ਸਾੜ ਨਹੀਂ ਦਿੰਦੇ। ਉਹ ਤੋਂ ਬਾਅਦ ਕਿਸੇ ਤਰ੍ਹਾਂ ਕੋਈ ਮਿੱਤਰਤਾ ਨਹੀਂ। ਫਿਰ ਜਿਹੜੇ ਕਰਮ ਨੇ ਸਾਡੇ ਇਹ ਅੱਗੇ ਵੀ ਜਾਂਦੇ ਨੇ। ਜੇ ਚੰਗੇ ਕੀਤੇ ਮਾੜੇ ਕੀਤੇ ਫਿਰ ਅੱਗੇ ਜਾ ਕੇ ਇਹਨਾਂ ਦਾ ਹਰਜਾਨਾ ਭਰਨਾ ਪੈਂਦਾ। ਇਹ ਤਿੰਨ ਤਰ੍ਹਾਂ ਦੇ ਮਿੱਤਰ ਹੀ ਨੇ। ਅਤੇ ਹੁਣ ਦੇਖਿਆ ਜਾਵੇ, ਜਦੋਂ ਗੁਰਬਾਣੀ ਦੀ ਵਿਚਾਰ ਆਪਾਂ ਸਰਵਣ ਕੀਤੀ, ਉਹਦੇ ਵਿੱਚ ਮਹਾਰਾਜ ਜੀ ਨੇ ਦੱਸਿਆ ਕਿ ਸਿੱਖਾ ਨਾਲ ਤੇ ਤੇਰੇ ਕੁਝ ਜਾਣਾ ਨਹੀਂ, ਅਤੇ ਤੂੰ ਸਾਰੀ ਉਮਰ ਦੌੜੀ ਇਸੇ ਪਾਸੇ ਲਾ ਦਿੱਤੀ। ਜੋ ਪਰਮੇਸ਼ਰ ਦਾ ਨਾਮ ਜਪਣਾ ਸੀ, ਸ੍ਰੇਸ਼ਟ ਕਰਮਾਂ ਨੂੰ ਧਾਰਨਾ ਸੀ, ਉਹਦੇ ਬਾਰੇ ਕਦੇ ਨਹੀਂ ਸੋਚਿਆ। ਹੁਣ ਜਦੋਂ ਗੁਰਬਾਣੀ ਦੀ ਐਸੀ ਵਿਚਾਰ ਨੂੰ ਆਪਾਂ ਸਰਵਣ ਕੀਤਾ ਤੇ ਕੁਝ ਨਾ ਕੁਝ ਤੇ ਸਮਝ ਆ ਗਈ ਨਾ, ਕਿ ਕਿਉਂ ਮੈਂ ਝੂਠ ਫਰੇਬ ਲੋਕਾਂ ਦੇ ਨਾਲ ਕਰ ਕਰਕੇ ਤੇ ਕੁਝ ਪੈਸੇ ਇਕੱਤਰ ਕਰੀ ਜਾ ਰਹੇ ਹਾਂ। ਇਹ ਕੀਤੀ ਹੋਈ 2 ਨੰਬਰ ਦੀ ਕਮਾਈ, ਜੋ ਮੈਂ ਸੋਚ ਰਿਹਾ ਕਿ ਅੱਗੇ ਜਾ ਕੇ ਧੀਆਂ ਪੁੱਤਰ ਸਾਂਭਣਗੇ, ਸੁਖੱਲਾ ਜੀਵਨ ਹੋਵੇਗਾ ਉਹਨਾਂ ਦਾ, ਉਹ ਕਿਸੇ ਵੇਲੇ ਸੰਗਤ ਦੀ ਅੱਧ ਵਿਚਕਾਏ ਸਾਰਾ ਕੁਝ ਰਹਿ ਜਾਂਦਾ ਹੈ। ਵੱਡੇ ਵੱਡੇ ਹੋਏ ਸੰਸਾਰ ਅੰਦਰ, ਉਹਨਾਂ ਨੂੰ ਵੀ ਇਹ ਚਿੰਤਾ ਨੇ ਸੰਗਤ ਜੀ ਗ੍ਰਸਿਆ। ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕਾ ਵਿਆਪਿਆ ਚਿੰਤਾ ਰੋਗ। ਇਹੀ ਚਿੰਤਾ ਦਾ ਰੋਗ ਉਹਨਾਂ ਨੂੰ ਲੱਗਾ ਰਿਹਾ ਜਿਨ੍ਹਾਂ ਨੇ ਬਹੁਤ ਭਾਰੀ ਧਨ ਇਕੱਤਰ ਕੀਤਾ। ਜਿੱਦਾਂ ਸੰਗਤ ਜੀ ਕਿਸੇ ਮਹਾਂਪੁਰਖ ਦੇ ਕੋਲ ਕੋਈ ਰਾਜਾ ਆ ਗਿਆ, ਉਹਨੇ ਸਾਰੇ ਹੀ ਚੱਕਰਵਰਤੀ ਬਾਦਸ਼ਾਹ ਸੀ ਕੋਈ, ਮਹਾਂਪੁਰਖਾਂ ਦੇ ਕੋਲ ਆਣ ਕੇ ਕੋਈ ਗੱਲਾਂ ਬਾਤਾਂ ਉਹਨਾਂ ਦੇ ਨਾਲ ਕੀਤੀਆਂ। ਅਤੇ ਮਹਾਂਪੁਰਖਾਂ ਜਦੋਂ ਕੁਝ ਪੁੱਛਿਆ ਤੇ ਆਖਣ ਲੱਗਾ ਕਿ ਮੈਂ ਤੇ ਸਾਰਾ ਇਲਾਕਾ ਜਿਹੜਾ ਸਾਰਾ ਦੇਸ਼ ਜਿੱਤ ਲਿਆ ਹੈ। ਅਤੇ ਮਹਾਂਪੁਰਖ ਹੱਸ ਪਏ, ਕਹਿੰਦੇ ਅੱਛਾ ਫਿਰ ਕੀ ਕਰੇਂਗਾ ਇਹ ਸਾਰਾ ਇਲਾਕਾ ਜਿੱਤ ਕੇ? ਕਹਿੰਦੇ ਦੇਖੋ ਮੈਂ ਤੇ ਇੰਨੀਆਂ ਜੰਗਾਂ ਕੀਤੀਆਂ, ਇੰਨੀ ਮਸ਼ੱਕਤ ਘਾਲੀ, ਆਹ ਕੁਝ ਕੀਤਾ, ਆਹ ਕੀਤਾ। ਕਹਿੰਦੇ ਮੈਂ ਪੁੱਛ ਰਿਹਾ ਹਾਂ ਕਿ ਬਾਅਦ ਦੇ ਵਿੱਚ ਕੀ ਕਰੇਂਗਾ? ਅਤੇ ਕਹਿੰਦਾ ਆਰਾਮ ਕਰਾਂਗਾ, ਆਨੰਦ ਮਾਣਾਂਗਾ। ਕਹਿੰਦੇ ਫਿਰ ਅਸੀਂ ਤੇ ਤੇਰੇ ਤੋਂ ਚੰਗੇ ਹੋਏ, ਅਜੇ ਤੂੰ ਆਨੰਦ ਨੂੰ ਮਾਣਨਾ, ਅਸੀਂ ਹੁਣ ਹੀ ਮਾਣ ਰਹੇ ਹਾਂ। ਭਾਵ ਕਿ ਅਸੀਂ ਪਰਮੇਸ਼ਰ ਦੀ ਰਜ਼ਾ ਵਿੱਚ ਹੁਣੇ ਰਾਜੀ ਹਾਂ। ਜਿਹੜੇ ਆਨੰਦ ਤੂੰ ਅਜੇ ਭਾਲ ਕਰਦਾ ਫਿਰਦਾ ਹੈ, ਫਿਰ ਤੇ ਅਸੀਂ ਤੇਰੇ ਨਾਲੋਂ ਵੱਡੇ ਹੋਏ। ਉਹ ਰਾਜਾ ਜਿਹੜਾ ਸੀ ਉਹਨੂੰ ਕੁਝ ਸਮਝ ਆਈ ਕਿ ਹਾਂ, ਜਿਸ ਆਨੰਦ ਨੂੰ ਮੈਂ ਚਾਹ ਰਿਹਾ ਹਾਂ ਇਹ ਹੁਣ ਸੁਤੇ ਸਿੱਧੀ ਇਹਨਾਂ ਨੂੰ ਪ੍ਰਾਪਤ ਹੋਇਆ ਹੈ। ਜੀਵਨ ਅੰਦਰ ਆਨੰਦ ਹੈ ਇਹਨਾਂ ਦੇ, ਅਤੇ ਮੈਂ ਇੰਨੀਆਂ ਜੰਗਾਂ ਕਰਵਾ ਦਿੱਤੀਆਂ, ਇੰਨੇ ਮਰਵਾ ਦਿੱਤੇ, ਮਾਰ ਦਿੱਤੇ, ਅਜੇ ਤੱਕ ਆਨੰਦ ਨਹੀਂ ਆਇਆ। ਇਸੇ ਤਰ੍ਹਾਂ ਸੰਗਤ ਜੀ ਕੁਝ ਇਹ ਗੁਰਬਾਣੀ ਦੇ ਸਿਧਾਂਤ ਨੂੰ ਸਮਝਦਿਆਂ ਜਦੋਂ ਸਤ ਪ੍ਰਤੱਗੀ ਹੋਈਦਾ ਹੈ, ਸੱਚ ਦੇ ਨਾਲ ਜੁੜੀਦਾ ਹੈ, ਉਸ ਸਮੇਂ ਸਾਨੂੰ ਪਤਾ ਚੱਲਦਾ ਹੈ ਕਿ ਸੰਤੋਖ ਕੀ ਚੀਜ਼ ਹੈ, ਜਿਹਦੇ ਬਾਰੇ ਇੱਥੇ ਮਹਾਰਾਜ ਲਿਖਦੇ ਨੇ, ਸੁਣਿਐ ਸਤ ਸੰਤੋਖ ਗਿਆਨ। ਇਹਦੇ ਬਾਰੇ ਸਾਨੂੰ ਤਾਂ ਪਤਾ ਚੱਲਦਾ ਜਦੋਂ ਗੁਰੂ ਬਾਰੇ ਪੜ੍ਹਾਂਗੇ, ਗੁਰਬਾਣੀ ਦੇ ਨਾਲ ਜੁੜਦੇ ਹਾਂ। ਅੱਗੇ ਦੱਸਦੇ ਸੁਣਿਐ 68 ਕਾ ਇਸਨਾਨ। ਮਹਾਰਾਜ ਕਹਿੰਦੇ ਸਿੱਖੋ, ਜਦੋਂ ਤੁਸੀਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਰਵਣ ਕਰਦੇ ਜਾਂ ਪਰਮੇਸ਼ਰ ਦੀ ਵਡਿਆਈ ਨੂੰ ਸਰਵਣ ਕਰਦੇ ਹੋ, ਕਹਿ ਲਓ ਕਿ ਤੁਹਾਨੂੰ 68 ਤੀਰਥਾਂ ਦਾ ਇਸ਼ਨਾਨ ਹੀ ਇੱਥੇ ਹੋ ਜਾਂਦਾ ਹੈ। ਹੁਣ ਜੇ ਇਹਦੇ ਬਾਰੇ ਆਪਾਂ ਹੋਰ ਸੰਗਤ ਦੀ ਅੱਗੇ ਜਾਣਾ ਹੋਵੇ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਇਹ ਪਟਨੇ ਦੀ ਧਰਤੀ 'ਤੇ ਜਾਂਦੇ ਨੇ, ਜਦੋਂ ਪੂਰਬ ਦੀ ਮਹਾਰਾਜ ਜੀ ਨੇ ਯਾਤਰਾ ਕੀਤੀ, ਉਸ ਸਮੇਂ ਉੱਥੇ ਇੱਕ ਜੈਤ ਨਾਮ ਦਾ ਸੇਠ ਰਹਿੰਦਾ ਸੀ। ਕੁਝ ਧਰਮ ਨੂੰ ਉਹਨੇ ਧਾਰਨ ਕੀਤਾ, ਸੱਚ ਦੇ ਨਾਲ ਜੁੜਿਆ ਹੋਇਆ, ਚੰਗਾ ਉਹਦਾ ਇਲਾਕੇ ਵਿੱਚ ਨਾਂ ਬਣਿਆ ਹੋਇਆ ਸੀ।
ਤੇ ਆਓ ਭਗਤ ਬਹੁਤ ਹੀ ਕਰਦਾ। ਜਿਹੜੇ ਕੁਝ ਸੰਤ ਮਹਾਤਮਾ ਆ ਜਾਂਦੇ ਸੀ, ਉਹਨਾਂ ਦੀ ਸੇਵਾ ਬੜੀ ਭਾਵਨਾ ਦੇ ਨਾਲ ਕਰਿਆ ਕਰਦਾ। ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਜਾਂਦੇ ਨੇ ਤੇ ਬਹੁਤ ਸੰਗਤਾਂ ਦੀ ਉਹਨੇ ਸੇਵਾ ਨਿਭਾਈ ਬੜੇ ਚਾਅ ਦੇ ਨਾਲ। ਚੰਗਾ ਉਹਦਾ ਜੀਵਨ ਸੀ, ਜੀਵਨ ਨੂੰ ਸਾਧਿਆ ਹੋਇਆ। ਕੀ ਹੋਇਆ ਕਿ ਕੁਝ ਜਿਹੜੇ ਲੋਕ ਸਨ ਉੱਥੋਂ ਦੇ, ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆਣ ਕੇ ਸ਼ਿਕਾਇਤ ਕਰ ਦਿੱਤੀ। ਆਖਣ ਲੱਗੇ, ਮਹਾਰਾਜ ਇਹ ਤੁਹਾਡੀ ਤੇ ਸੇਵਾ ਇਹਨੇ ਬਹੁਤ ਕੀਤੀ ਹੈ, ਪਰ ਇਹ ਆਪਣੇ ਜੀਵਨ ਨੂੰ ਸਫਲ ਨਹੀਂ ਕਰ ਰਿਹਾ। ਮਹਾਰਾਜ ਕਹਿੰਦੇ, ਤੁਹਾਡਾ ਕਹਿਣ ਦਾ ਜਿਹੜਾ ਲਹਿਜਾ ਉਹਦੇ ਨਾਲ ਮੈਨੂੰ ਕੁਝ ਪਤਾ ਨਹੀਂ ਚੱਲਿਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਮਹਾਰਾਜ ਇੱਥੇ ਗੰਗਾ ਦੇ ਕੋਲ ਰਹਿੰਦਾ ਹੈ ਤੇ ਇਸ਼ਨਾਨ ਨਹੀਂ ਇਹ ਕਰਦਾ ਕਦੀ। ਅਸੀਂ ਕਦੀ ਇਹਨੂੰ ਦੇਖਿਆ ਨਹੀਂ ਜਾਂਦੇ ਇਹਨੂੰ ਗੰਗਾ 'ਤੇ ਕਿ ਇਹ ਜਾ ਕੇ ਇਸ਼ਨਾਨ ਕਰਦਾ ਹੋਵੇ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਹਿਰਦਿਆਂ ਦੀ ਜਾਣਨ ਵਾਲੇ ਸੀ। ਹੁਣ ਉਹ ਜਿਹੜੀ ਸੰਗਤ ਸੀ ਨਾਲ, ਜਾਂ ਉੱਥੋਂ ਦੇ ਕੁਝ ਵਾਸੀ ਲੋਕ ਪਟਨੇ ਦੇ, ਉਹਨਾਂ ਦੇ ਮਨ ਦੇ ਵਿੱਚੋਂ ਵਹਿਮ ਕੱਢਣ ਵਾਸਤੇ ਮਹਾਰਾਜ ਕਹਿੰਦੇ, ਅੱਛਾ ਭਾਈ, ਅੱਜ ਰਾਤ ਨੂੰ ਆਪਾਂ ਦੇਖ ਲੈਂਦੇ ਹਾਂ ਕਿ ਇਹ ਇਸ਼ਨਾਨ ਕਰਦਾ ਉੱਥੇ ਗੰਗਾ 'ਤੇ ਜਾ ਕੇ ਜਾਂ ਨਹੀਂ ਕਰਦਾ। ਸਾਰਿਆਂ ਨੇ ਹਾਮੀ ਭਰਤੀ ਜਿਨ੍ਹਾਂ ਨੇ ਸ਼ਿਕਾਇਤ ਲਾਈ। ਉਹਨਾਂ ਸੋਚਿਆ ਕਿ ਹੁਣ ਕੰਮ ਜਿਹੜਾ ਹੈ ਸੂਤ ਆਵੇਗਾ, ਕਿਉਂਕਿ ਇਹ ਸੰਸਾਰ ਦੇ ਅੰਦਰ ਸੰਗਤ ਜੀ ਕੁਝ ਬਿਰਤੀ ਐਸੀ, ਜਿਹੜੇ ਕੁਝ ਐਸੇ ਲੋਕ ਹੁੰਦੇ ਨੇ ਕਿ ਵਧਾ ਚੜ੍ਹਾ ਕੇ ਗੱਲ ਦੱਸਣੀ ਕਿ ਇਹਦੇ ਬਾਰੇ ਇਹ ਮਹਾਰਾਜ ਇਹਨੂੰ ਮਾੜਾ ਸ਼ਬਦ ਕਹਿ ਦੇਣ ਤੇ ਇਹਦਾ ਕੰਮ ਵਿਗੜ ਜਾਵੇ। ਚਲੋ ਆਮ ਜਿਹੜੇ ਕੁਝ ਲੋਕ ਨੇ ਉਹ ਤੇ ਭਾਵੇਂ ਵਿਗੜ ਜਾਂਦੇ ਨੇ ਕਿਸੇ ਦੇ ਕਹਿਣ 'ਤੇ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ 'ਤੇ ਕਿਹਦੀਆਂ ਸੰਗਤ ਦੀ ਗੱਲਾਂ ਦਾ ਫਿਰ ਅਸਰ ਹੋਣਾ ਸੀ। ਤੇ ਮਹਾਰਾਜ ਜਾਣਦੇ ਸੀ ਹਿਰਦੇ ਦੀ। ਮਹਾਰਾਜ ਕਹਿੰਦੇ, ਕੋਈ ਨਹੀਂ ਭਾਈ, ਆਪਾਂ ਸਵੇਰੇ ਦੇਖ ਲਵਾਂਗੇ ਕਿ ਇਹ ਗੰਗਾ 'ਤੇ ਇਸ਼ਨਾਨ ਕਰਦਾ ਜਾਂ ਨਹੀਂ ਕਰਦਾ, ਫਿਰ ਆਪਾਂ ਗੱਲਬਾਤ ਇਹਦੇ ਨਾਲ ਕਰ ਲਵਾਂਗੇ। ਕਹਿੰਦੇ, ਹਾਂ ਮਹਾਰਾਜ ਠੀਕ। ਉਹ ਜਿਹੜੇ ਬਾਕੀ ਬੜੇ ਖੁਸ਼ ਕਿ ਚਲੋ ਸਵੇਰੇ ਹੁਣ ਨਤਾਰਾ ਹੋ ਜਾਣਾ, ਇਹ ਬੜਾ ਚੌਧਰੀ ਬਣਿਆ ਹੈ, ਸਾਰੀ ਇਹਦੀ ਹਵਾ ਕੱਢਾਂਗੇ। ਹੁਣ ਜਦੋਂ ਰਾਤ ਪੈ ਗਈ ਤੇ ਕੁਝ ਜਿਹੜੇ ਉਹਨਾਂ ਦੇ ਵਿੱਚ ਲੋਕ ਸਨ, ਉਹਨਾਂ ਨੇ ਪਹਿਰਾ ਲਾ ਲਿਆ। ਗੁਰੂ ਤੇਗ ਬਹਾਦਰ ਮਹਾਰਾਜ ਵੀ ਉਹਨਾਂ ਦੇ ਨਾਲ ਹੀ ਸੰਗਤ ਜੀ ਜਾਗਦੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਉਹ ਇੱਕ ਸੰਗਤ ਦੀ ਉੱਥੇ ਹੀ ਜੈਤ ਸੇਠ ਜਿੱਥੇ ਕੁੰਡ ਦੇ ਵਿੱਚ ਨਹਾਉਂਦਾ ਸੀ ਪਾਣੀ ਭਰ ਕੇ, ਇੱਕ ਗਾਂ ਆਈ ਤੇ ਉਹਨੇ ਆਪਣੇ ਮੂੰਹ ਦੇ ਵਿੱਚੋਂ ਜਲ ਕੱਢਿਆ ਤੇ ਉਹਦਾ ਕੁੰਡ ਭਰ ਦਿੱਤਾ। ਹੁਣ ਜਿਹੜੇ ਕਹਿੰਦੇ ਸੀ ਇਹ ਇਸ਼ਨਾਨ ਨਹੀਂ ਗੰਗਾ 'ਤੇ ਕਰਦਾ, ਉਹ ਹੈਰਾਨ ਹੋ ਗਏ ਕਿ ਇਹ ਕੀ ਕੌਤਕ ਹੈ, ਇਹ ਗਾਂ ਨੇ ਆਪਣੀ ਮੂੰਹ ਦੇ ਵਿੱਚੋਂ ਕਿੱਦਾਂ ਪਾਣੀ ਕੱਢ ਦਿੱਤਾ ਹੈ। ਉਸ ਸਮੇਂ ਅੱਗੇ ਹੋ ਕੇ ਜਦੋਂ ਸੰਗਤ ਜੀ ਪੁੱਛਣ ਲੱਗੇ, ਉਹ ਗਾਂ ਨੇ ਸੰਗਤ ਜੀ ਕੁਝ ਐਸੇ ਕਹਿ ਲਓ ਬਚਨ ਉਹਨਾਂ ਨੂੰ ਕਹੇ। ਉਹ ਆਖਣ ਲੱਗੀ ਕਿ ਇਹ ਪਰਮੇਸ਼ਰ ਦਾ ਭਗਤ ਹੈ ਜੈਤ ਸੇਠ, ਇਹ ਪਰਮੇਸ਼ਰ ਦੀ ਵਡਿਆਈ ਵਿੱਚ ਹਮੇਸ਼ਾ ਜੁੜਿਆ ਰਹਿੰਦਾ ਹੈ ਤੇ ਮੈਂ ਤੇ ਗੰਗਾ ਹਾਂ। ਲੋਕ ਮੇਰੇ ਵਿੱਚ ਆਣ ਕੇ ਇਸ਼ਨਾਨ ਕਰਦੇ ਮੈਨੂੰ ਗੰਧਲਾ ਕਰੀ ਜਾ ਰਹੇ ਨੇ ਤੇ ਮੈਂ ਇਹ ਪਰਮੇਸ਼ਰ ਦੇ ਭਗਤ ਨੂੰ ਆਣ ਕੇ ਇਸ਼ਨਾਨ ਕਰਵਾ ਕੇ ਤੇ ਆਪਣੇ ਆਪ ਨੂੰ ਪਵਿੱਤਰ ਕਰਦੀ ਹਾਂ। ਉਹ ਜਿਹੜੇ ਲੋਕ ਬੈਠੇ ਸੀ ਜਿਨ੍ਹਾਂ ਰਾਤ ਪਹਿਰਾ ਲਾਇਆ ਕਿ ਸਵੇਰੇ ਹੁਣ ਪਾਜ ਖੁੱਲ੍ਹੇਗਾ, ਹੈਰਾਨ ਹੋ ਗਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਸੰਗਤ ਜੀ ਉਹਨਾਂ ਨੂੰ ਸਮਝਾਇਆ ਕਿ ਇਹ ਜਿਹੜਾ ਜੈਤ ਸੇਠ ਹੈ ਇਹ ਪਰਮੇਸ਼ਰ ਦੀ ਵਡਿਆਈ ਵਿੱਚ ਜੁੜਿਆ ਰਹਿੰਦਾ, ਹਮੇਸ਼ਾ ਪਰਮੇਸ਼ਰ ਦੇ ਗੁਣ ਗਾਉਂਦਾ ਅਤੇ ਸਰਵਣ ਕਰਦਾ ਹੈ। ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕੀਤਿਆਂ ਸਰਵਣ ਕੀਤਿਆਂ ਇਹ ਮਹਾਤਮ ਪ੍ਰਾਪਤ ਹੋ ਜਾਂਦਾ ਹੈ ਕਿ ਠਾਠਾਂ ਤੀਰਥਾਂ ਦਾ ਇਸ਼ਨਾਨ ਵੀ ਆਪੇ ਹੁੰਦਾ ਹੈ ਅਤੇ ਇਹ ਗੰਗਾ ਆ ਕੇ ਇਹਨੂੰ ਫਿਰ ਇਸ਼ਨਾਨ ਕਰਵਾਉਂਦੀ ਹੈ। ਇਹ ਪਾਵਨ ਜੋ ਸੰਗਤ ਜੀ ਪੁਰਾਣੇ ਸਰੋਤ ਉਹਦੇ ਵਿੱਚੋਂ ਸਾਨੂੰ ਐਸੀਆਂ ਸਾਖੀਆਂ ਮਿਲਦੀਆਂ ਨੇ ਗੁਰੂ ਕੇ ਪਾਵਨ ਇਤਿਹਾਸ ਦੇ ਵਿੱਚੋਂ
ਇੱਕ ਪੂਰਵ ਸੰਗਤ ਜੀ ਰਾਜਾ ਹੋਇਆ, ਉਹਦੇ ਨਾਲ ਵੀ ਕੁਝ ਐਸਾ ਵਰਤਾਰਾ ਹੋਇਆ। ਧਰਮੀ ਰਾਜਾ ਸੀ, ਨਾਮ ਸਿਮਰਨ ਦੇ ਵਿੱਚ ਸਦਾ ਜੁੜਿਆ ਰਹਿੰਦਾ। ਅਤੇ ਜਦੋਂ ਫਿਰ ਉਹਦੇ ਕੋਲ ਕੁਝ ਐਸੇ ਪੰਡਤ ਬ੍ਰਾਹਮਣ ਆ ਗਏ, ਉਹਦੇ ਮਿੱਤਰ ਸਨ। ਆਣ ਕੇ ਆਖਣ ਲੱਗੇ ਕਿ ਦੇਖ ਰਾਜਨ, ਆਪਾਂ ਚੱਲੋ ਠਾਠਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੀਏ। ਤੇਰੇ ਕੋਲ ਤਾਂ ਧਨ ਦੌਲਤ ਵੀ ਬਹੁਤ ਹੈ, ਖਰਚ ਵੀ ਕਰ ਸਕਦਾ ਹੈ, ਅਤੇ ਚੱਲ ਜਾ ਕੇ ਆਪਣੇ ਜੀਵਨ ਨੂੰ ਸਫਲ ਬਣਾ ਲਈਏ। ਠਾਠਾਂ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਫਿਰ ਇਹ ਜੂਨਾਂ ਦੇ ਵਿੱਚੋਂ ਨਿਕਲ ਜਾਈਦਾ ਹੈ। ਉਹਨਾਂ ਦੀਆਂ ਗੱਲਾਂ ਦੇ ਪ੍ਰਭਾਵ ਦੇ ਵਿੱਚ ਉਹ ਰਾਜਾ ਆ ਗਿਆ। ਹੁਣ ਰਾਜਾ ਜਿਹੜਾ ਸੀ ਸਦਾ ਸੰਗਤ ਜੀ ਕੁਝ ਦਾਨ ਪੁੰਨ ਕਰਨ ਵਾਲਾ, ਪਰਮੇਸ਼ਰ ਦੀ ਸਿਫਤ ਸਲਾਘਾ ਗਾਇਨ ਕਰਨ ਵਾਲਾ ਅਤੇ ਸੁਣਨ ਵਾਲਾ ਸੀ। ਹੁਣ ਕੀ ਹੋਇਆ ਕਿ ਪਰਮੇਸ਼ਰ ਨੇ ਫਿਰ ਇਹ ਨਾਮ ਦੀ ਤਾਕਤ ਦੱਸਣ ਬਾਬਤ ਆਕਾਸ਼ਵਾਣੀ ਕੀਤੀ, ਜਿਹਦੇ ਵਿੱਚ ਉਹ ਰਾਜੇ ਨੂੰ ਕਿਹਾ ਕਿ ਰਾਜਨ, ਜੇ ਤੂੰ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਬਹਿਣਾ ਹੈ ਤੇ ਤੈਨੂੰ ਠਾਠ ਤੀਰਥ ਆਣ ਕੇ ਇੱਥੇ ਹੀ ਇਸ਼ਨਾਨ ਕਰਵਾ ਦੇਣਗੇ। ਉਹ ਰਾਜਾ ਸੰਗਤ ਜੀ ਇੱਕਦਮ ਸੁਣਦਾ ਜਦੋਂ ਆਕਾਸ਼ਵਾਣੀ। ਇੰਨੇ ਸਮੇਂ ਨੂੰ ਅਨੇਕਾਂ ਜਿਹੜੇ ਲੋਕ ਸਨ ਉਹਦੇ ਇਰਦ ਗਿਰਦ ਖਲੋ ਗਏ ਆਣਗੇ। ਆਖਣ ਲੱਗਾ ਕਿ ਤੁਸੀਂ ਏਡੀ ਛੇਤੀ ਕਿੱਥੋਂ ਆ ਗਏ? ਕੌਣ ਹੋ ਤੁਸੀਂ? ਕਹਿੰਦੇ ਅਸੀਂ ਠਾਠ ਤੀਰਥ ਹਾਂ। ਤੇਰੇ ਮਨ ਦਾ ਫੁਰਨਾ ਸੀ, ਉਹ ਫੁਰਨਾ ਪੂਰਾ ਕਰਨ ਵਾਸਤੇ ਤੇਰੇ ਕੋਲ ਅਸੀਂ ਪਹੁੰਚੇ ਹਾਂ। ਤੂੰ ਪਰਮੇਸ਼ਰ ਦੀ ਸਿਫਤ ਸਲਾਘਾ ਦੇ ਵਿੱਚ ਜੁੜ ਕੇ ਬਹਿਣਾ ਹੈ, ਅਤੇ ਜਿਹੜਾ ਪਰਮੇਸ਼ਰ ਦੀ ਵਡਿਆਈ ਨੂੰ ਸਰਵਣ ਕਰਦਾ ਹੈ, ਆਪਣੀ ਮੁਖ ਤੋਂ ਉਚਾਰਦਾ ਹੈ, ਉਹਨੂੰ ਫਿਰ ਅਸੀਂ ਜਾ ਕੇ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਨ ਵਾਸਤੇ ਉਹਨਾਂ ਨੂੰ ਇਸ਼ਨਾਨ ਕਰਵਾਈਦਾ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ, ਸੁਣਿਆ 68 ਕਾ ਇਸ਼ਨਾਨ। ਜੇ ਪਰਮੇਸ਼ਰ ਦੀ ਵਡਿਆਈ ਨੂੰ ਕੋਈ ਬਹਿ ਕੇ ਸਰਵਣ ਕਰ ਲਵੇ ਤੇ ਠਾਠਾਂ ਤੀਰਥਾਂ ਦਾ ਇਸ਼ਨਾਨ ਹੀ ਉਹਨੂੰ ਪ੍ਰਾਪਤ ਹੋ ਜਾਂਦਾ। ਨਹੀਂ ਤੇ ਸਾਰੀ ਉਮਰ ਸੰਗਤ ਜੀ ਲੰਘ ਜਾਂਦੀ ਹੈ, ਨਹੀਂ ਪੂਰੇ ਹੁੰਦੇ। ਹੱਦ ਵਿਚਕਾਏ ਸਵਾਦ ਜਿਹੜੇ ਟੁੱਟ ਜਾਂਦੇ ਨੇ। ਅਤੇ ਜੇ ਕਿਤੇ ਸੰਗਤ ਦੇ ਵਿੱਚ ਆਣ ਕੇ ਬਹਿ ਜਾਈਏ ਤਾਂ ਇੰਨਾ ਲਾਹਾ ਹੋ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਆਪਾਂ ਜਾਈਏ, ਉੱਥੇ ਜਿੱਥੇ ਸੰਗਤ ਜੀ ਦੁੱਖ ਭੰਜਣੀ ਬੇਰੀ ਹੈ, ਜਦੋਂ ਆਪਾਂ ਬਾਅਦ ਦੇ ਵਿੱਚ ਲੰਗਰ ਹਾਲ ਨੂੰ ਚੜ੍ਹ ਜਾਂਦੇ ਹਾਂ, ਉਹਦੇ ਤੋਂ ਸਾਹਮਣੇ ਜਿੱਥੇ ਲੋਕ ਇਸ਼ਨਾਨ ਕਰਦੇ, ਮਾਈਆਂ ਦੀਆਂ ਪਾਉਣਾ ਵੀ ਬਣੀਆਂ ਹੋਈਆਂ, ਇਸ਼ਨਾਨ ਘਰ ਉੱਥੇ ਬਣਿਆ ਹੈ। ਉਹਦੇ ਨਾਲ ਹੀ ਇੱਕ ਮਹਾਰਾਜ ਜੀ ਦਾ ਸਰੂਪ ਵੀ ਪ੍ਰਕਾਸ਼ ਹੁੰਦਾ ਹੈ, ਅਤੇ ਇੱਧਰਲੇ ਪਾਸੇ ਥੜਾ ਬਣਿਆ ਹੋਇਆ, ਪਾਲਕੀ ਬਣੀ ਹੈ ਪੱਥਰ ਦੀ, ਉਹਦੇ ਵਿੱਚ ਫੁੱਲ ਸਜਾਏ ਜਾਂਦੇ ਨੇ। ਉਹ ਥੜੇ ਦਾ ਨਾਮ ਹੀ 68 ਘਾਟ ਹੈ। ਉਹ ਕਿੱਦਾਂ ਬਣਿਆ? ਉੱਥੇ ਜੇ ਬਹਿ ਕੇ ਬਾਣੀ ਦਾ ਜਾਪ ਕੀਤਾ ਜਾਵੇ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਵੀ ਇਹ ਬਚਨ ਕਹੇ ਨੇ ਕਿ ਜਿਹੜਾ ਕੋਈ ਚਾਹੁੰਦਾ ਠਾਠਾਂ ਤੀਰਥਾਂ ਦਾ ਇਸ਼ਨਾਨ ਮੈਨੂੰ ਪ੍ਰਾਪਤ ਹੋਵੇ, ਜੇ ਕਿਤੇ ਇੱਥੇ ਬਹਿ ਕੇ ਥੜੇ ਦੇ ਕੋਲ ਬਾਣੀ ਦਾ ਜਾਪ ਕਰੇਗਾ ਤੇ ਠਾਠਾਂ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਉਹਨੂੰ ਇੱਥੇ ਹੀ ਪ੍ਰਾਪਤ ਹੋ ਜਾਣਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਨੂੰ ਸੰਗਤ ਜੀ ਲਿਖਣ ਵਾਸਤੇ ਪੋਥੀਆਂ ਸਾਹਿਬ ਲੈ ਕੇ ਆਏ, ਉੱਥੇ ਲਿਆ ਕੇ ਪੋਥੀਆਂ ਸਾਹਿਬ ਬਿਰਾਜਮਾਨ ਕੀਤੀਆਂ ਸਨ। ਫਿਰ ਉਹ ਥਾਂ ਨੂੰ ਸੰਗਤ ਜੀ ਮਹਾਰਾਜ ਜੀ ਨੇ ਵਡਭਾਗਾ ਦੱਸਿਆ, ਅਤੇ ਐਸਾ ਮਹਾਤਮ ਹੈ ਉਹ ਥਾਵਾਂ ਦਾ। ਜਦੋਂ ਹਰਿਮੰਦਰ ਸਾਹਿਬ ਜਾਈਏ, ਇਹ ਜ਼ਰੂਰ ਇਹਨਾਂ ਗੱਲਾਂ ਦਾ ਸੰਗਤ ਜੀ ਖਿਆਲ ਰੱਖਿਆ ਕਰੀਏ। ਬਹੁਤ ਸਾਰੇ ਐਸੇ ਸਥਾਨ ਉੱਥੇ ਬਣੇ ਹੋਏ ਨੇ। ਜਦੋਂ ਮੰਜੀ ਹਾਲ, ਦੀਵਾਨ ਹਾਲ ਦੇ ਕੋਲ ਆਪਾਂ ਜਾਂਦੇ ਹਾਂ, ਉਹਦੇ ਸੱਜੇ ਪਾਸੇ ਇੱਕ ਸੰਗਤ ਜੀ ਥੜਾ ਬਣਿਆ ਹੋਇਆ, ਨਿਸ਼ਾਨ ਸਾਹਿਬ ਵੀ ਤਕਰੀਬਨ ਮੇਰੇ ਖਿਆਲ 'ਚ ਲੱਗਾ ਹੋਇਆ। ਉੱਥੇ ਵੀ ਵੱਡਾ ਮਹਾਤਮ ਹੈ। 12 ਮਾਹ ਦੀ ਬਾਣੀ ਮਹਾਰਾਜ ਜੀ ਨੇ ਮਾਝ ਰਾਗ ਦੇ ਅੰਦਰ ਉੱਥੇ ਉਚਾਰਨ ਕੀਤੀ ਸੀ। ਮੰਜੀ ਹਾਲ ਦੇ ਥੜੇ ਤੋਂ ਪਿਛਲੇ ਪਾਸੇ ਖੱਬੇ ਹੱਥ ਉੱਥੇ ਸੰਗਤ ਜੀ ਕੁਝ ਜਿਹੜੇ ਸਿੰਘ ਸ਼ਹੀਦ ਹੋਏ ਸਨ, ਉਹਨਾਂ ਦਾ ਥੜਾ ਵੀ ਬਣਿਆ ਹੋਇਆ। ਬਹੁਤਾਤ ਅੰਦਰ ਲੋਕ ਉੱਥੇ ਦੇਖਦੇ ਨਹੀਂ, ਪਰ ਜਦੋਂ ਅੰਦਰ ਵੜ ਕੇ ਉਹ ਦੀਵਾਨ ਹਾਲ ਦੇ ਖੱਬੇ ਪਾਸੇ ਨਿਕਲਦੇ ਹਾਂ, ਫਿਰ ਸਾਨੂੰ ਉਹ ਨਜ਼ਰੀ ਆਉਂਦਾ ਹੈ।
ਐਸੀਆਂ ਬਹੁਤ ਥਾਵਾਂ ਨੇ ਉੱਥੇ ਜੋ ਸਾਨੂੰ ਦੇਖਣੀਆਂ ਚਾਹੀਦੀਆਂ ਨੇ, ਸਮਝਣੀਆਂ ਚਾਹੀਦੀਆਂ। ਜਦੋਂ ਆਪਾਂ ਹਰਿਮੰਦਰ ਸਾਹਿਬ ਜਾਈਏ ਤਾਂ ਜ਼ਰੂਰ ਖਿਆਲ ਰੱਖੋ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੇ ਕਿੱਥੇ ਕਦੋਂ ਕਦੋਂ ਦੀਆਂ ਪਈਆਂ ਹੋਈਆਂ ਨੇ, ਕੀ ਮਹਾਤਮ ਹੈ। ਜੇ ਉੱਥੇ ਜਾ ਕੇ ਇੰਨਾ ਕੁਝ ਹੀ ਨਾ ਲੱਭਿਆ ਸਾਨੂੰ, ਤਾਂ ਫਿਰ ਹੋਰ ਗੁਰੂ ਤੋਂ ਖੁਸ਼ੀ ਕਿੱਦਾਂ ਲੱਭਾਂਗੇ। ਜਦੋਂ ਗੁਰੂ ਦੀ ਕੁਝ ਉੱਥੇ ਜਿਹੜੇ ਕਰਮ ਕੀਤੇ ਹੋਏ ਨੇ ਸਾਡੇ ਭਲੇ ਵਾਸਤੇ, ਜਦੋਂ ਸਾਨੂੰ ਉਹਨਾਂ ਦਾ ਗਿਆਨ ਹੀ ਨਾ ਹੋਇਆ, ਪਤਾ ਨਾ ਚੱਲਿਆ, ਅਤੇ ਬਾਕੀ ਕੀ ਆਪਾਂ ਲੈ ਕੇ ਆਵਾਂਗੇ ਉੱਥੋਂ। ਉੱਥੇ ਵੀ ਮਹਾਰਾਜ ਜੀ ਨੇ ਬਹਿ ਕੇ ਥੜੇ 'ਤੇ, ਜੋ ਸਰੋਵਰ ਦੇ ਕੰਢੇ 'ਤੇ ਬਣਿਆ ਹੈ, ਅਤੇ ਮਹਾਰਾਜ ਜੀ ਨੇ ਆਖਿਆ ਜਿਹੜਾ ਇੱਥੇ ਬਹਿ ਕੇ ਬਾਣੀ ਦਾ ਜਾਪ ਕਰੇਗਾ ਉਹਨੂੰ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਵੇ। ਜਾਂ ਹਰਿਮੰਦਰ ਸਾਹਿਬ ਜਿਹੜਾ ਕੀਰਤਨ ਚੱਲ ਰਿਹਾ ਹੈ, ਜੇ ਉੱਥੇ ਬਹਿ ਕੇ ਕਿਸੇ ਨੇ ਸਰਵਣ ਕੀਤਾ ਤਾਂ ਉਹਦਾ ਫਿਰ 68 ਤੀਰਥਾਂ ਦਾ ਇਸ਼ਨਾਨ ਹੋ ਜਾਇਆ ਕਰੇਗਾ। ਅਤੇ ਇੱਥੇ ਮਹਾਰਾਜ ਆਖਦੇ ਨੇ, ਸੁਣਿਆ 68 ਕਾ ਇਸ਼ਨਾਨ, ਗੁਰਬਾਣੀ ਨੂੰ ਸਰਵਣ ਕੀਤਿਆਂ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਅੱਗੇ ਦੱਸਦੇ ਨੇ, ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਪਰਮੇਸ਼ਰ ਦੀ ਵਡਿਆਈ ਨੂੰ ਸਰਵਣ ਕੀਤਿਆਂ ਕੀ ਹੋ ਜਾਂਦਾ ਹੈ। ਪਹਿਲਾਂ ਪੜ੍ਹ, ਪੱਪਾ ਤੇ ਡਾਢੇ ਸਿਹਾਰੀ ਸ਼ਬਦ ਉਚਾਰਿਆ ਮਹਾਰਾਜ ਜੀ ਲਿਖਿਆ ਹੈ। ਪੜ੍ਹ ਤੋਂ ਭਾਵ ਜਿਹੜਾ ਅਵਿਦਿਆ ਦਾ ਪੜ੍ਹਦਾ ਹੈ। ਦੂਸਰਾ ਪੜ੍ਹ ਜਿਹੜਾ ਸ਼ਬਦ ਹੈ, ਪੜ੍ਹ ਪੜ੍ਹ ਪਾਵਹਿ ਮਾਨ, ਉਹ ਪੜ੍ਹ ਅਤੇ ਦੂਸਰਾ ਸ਼ਬਦ ਜਿਹੜਾ ਪੜ੍ਹ ਹੈ ਉਹਦੇ ਤੋਂ ਭਾਵ ਅਵਿਦਿਆ ਦਾ ਪੜ੍ਹਦਾ ਜਿਹੜਾ ਉਹ ਪਾੜ ਲੈਂਦੇ ਨੇ ਪਰਮੇਸ਼ਰ ਦੀ ਵਡਿਆਈ ਨੂੰ ਸਰਵਣ ਕਰਕੇ। ਜਿਨ੍ਹਾਂ ਦੇ ਹਿਰਦੇ ਅੰਦਰ ਅਵਿਦਿਆ ਛਾਈ ਹੈ, ਜਾਂ ਕਹਿ ਲਓ ਹਨੇਰਾ ਛਾਇਆ ਹੋਇਆ ਹੈ, ਅਗਿਆਨ ਹੈ, ਦਵੈਤਪੁਣਾ ਹੈ, ਉਹਨਾਂ ਦਾ ਇਹ ਦਵੈਤ ਦਾ ਪਰਦਾ ਪਾੜ ਜਾਂਦਾ ਹੈ। ਅਤੇ ਪਾਵਹਿ ਮਾਨ, ਉਹ ਮਾਨ ਦੀ ਪ੍ਰਾਪਤੀ ਕਰ ਲੈਂਦੇ, ਭਾਵ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਅਤੇ ਜਿੰਨਾ ਚਿਰ ਇਹ ਅਵਿਦਿਆ ਜਿਹੜੀ ਅੰਧਕਾਰ ਹੈ ਹਿਰਦੇ ਅੰਦਰ ਛਾਇਆ, ਇਹ ਨਹੀਂ ਪਾਸੇ ਹੁੰਦਾ, ਇਹਦਾ ਪਰਦਾ ਨਹੀਂ ਪਾੜਦਾ। ਸਾਡੇ ਸਾਹਮਣੇ ਕੋਈ ਚਾਦਰ ਕਰ ਦੇਵੇ ਅਤੇ ਸਾਨੂੰ ਅੱਗੇ ਕੀ ਦਿਖੇਗਾ। ਉਹ ਚਾਦਰ ਜਦੋਂ ਆਪਾਂ ਧੇੜ ਦੇਵਾਂਗੇ, ਪਾੜ ਦੇਵਾਂਗੇ, ਸਾਰਾ ਕੁਝ ਸਾਨੂੰ ਦਿਸਦਾ ਹੈ। ਇਸੇ ਤਰ੍ਹਾਂ ਹੀ ਅਵਿਦਿਆ ਦਾ ਪਰਦਾ ਸਾਨੂੰ ਸੰਗਤ ਜੀ ਫਿਰ ਕੁਝ ਦਿਸਣ ਨਹੀਂ ਦਿੰਦਾ। ਚੰਗਾ ਕਰਮ ਕਿਹੜਾ ਹੈ, ਮਾੜਾ ਕਰਮ ਕਿਹੜਾ ਹੈ, ਜੋ ਸਾਡੇ ਢਾਏ ਚੜ੍ਹਿਆ ਆਪਾਂ ਉਹੀ ਕਰ ਦਿੱਤਾ, ਕਿਉਂਕਿ ਅਜੇ ਪਰਦੇ ਦੇ ਸਹਿਤ ਹਾਂ। ਅਵਿਦਿਆ ਦੇ ਪਰਦੇ ਨੇ ਸਾਡੀ ਬੁੱਧ ਨੂੰ ਢੱਕਿਆ ਹੋਇਆ। ਬੁੱਧ ਫਿਰ ਨਿਰਣਾ ਨਹੀਂ ਕਰ ਸਕਦੀ ਕਿ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ। ਇਹਦੇ ਕਾਰਨ ਫਿਰ ਜੀਵਨ ਜਿਹੜਾ ਸਫਲ ਨਹੀਂ ਬਣਦਾ, ਵਡਿਆਈ ਦੀ ਪ੍ਰਾਪਤੀ ਨਹੀਂ ਹੁੰਦੀ ਪਰਮੇਸ਼ਰ ਦੀ ਦਰਗਾਹ ਦੇ ਅੰਦਰ। ਅਤੇ ਗੁਰੂ ਨਾਨਕ ਦੇਵ ਮਹਾਰਾਜ ਆਖਦੇ, ਜਦੋਂ ਪਰਮੇਸ਼ਰ ਦੀ ਵਡਿਆਈ ਨੂੰ ਤੁਸੀਂ ਸਰਵਣ ਕਰੋਗੇ ਨਾ ਕੰਨਾਂ ਦੇ ਰਾਹੀਂ, ਸਾਰਿਆਂ ਤੋਂ ਪਹਿਲਾਂ ਤੁਹਾਡਾ ਇਹ ਅਵਿਦਿਆ ਦਾ ਪਰਦਾ ਜਿਹੜਾ ਉਹ ਪਾਟ ਜਾਵੇਗਾ। ਅਤੇ ਪਾਵਹਿ ਮਾਨ, ਪਰਲੋਕ ਦੇ ਵਿੱਚ ਜਾ ਕੇ ਤੁਹਾਨੂੰ ਮਾਣ ਆਦਰ ਪ੍ਰਾਪਤ ਹੋਵੇਗਾ। ਸੁਣਿਆ ਲਾਗੈ ਸਹਿਜ ਧਿਆਨ, ਜਾਂ ਜੇ ਸੰਗਤ ਜੀ ਹੋਰ ਅਰਥ ਕਰਨੇ ਹੋਣ, ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਪਰਮੇਸ਼ਰ ਦੀ ਵਡਿਆਈ ਨੂੰ ਜਦੋਂ ਸਰਵਣ ਕਰੀਏ ਫਿਰ ਹੀ ਸੰਗਤ ਜੀ ਪੜ੍ਹਨ ਨੂੰ ਚਿੱਤ ਕਰਦਾ ਹੈ। ਹੁਣ ਜਦੋਂ ਆਪਾਂ ਗੁਰਬਾਣੀ ਦਾ ਮਹਾਤਮ ਸਰਵਣ ਕੀਤਾ ਕਿ ਇੰਨਾ ਲਾਹਾ ਹੋ ਜਾਂਦਾ ਹੈ, ਇਹ ਸੁਣੀ ਗੱਲ, ਸਾਖੀਆਂ ਸੁਣੀਆਂ ਕਿ ਹਰਿਮੰਦਰ ਸਾਹਿਬ ਜਾ ਕੇ ਉਹ ਥੜੇ 'ਤੇ ਬਹਿ ਕੇ ਗੁਰਬਾਣੀ ਪੜ੍ਹੀਏ ਅਤੇ 68 ਤੀਰਥਾਂ ਦਾ ਇਸ਼ਨਾਨ ਹੈ। ਹੁਣ ਸਰਵਣ ਕਰ ਲਈ ਅਤੇ ਉੱਥੇ ਜਦੋਂ ਜਾ ਕੇ ਫਿਰ ਬਾਣੀ ਪੜ੍ਹੀ, ਇੱਥੇ ਆਖਦੇ ਪੜ੍ਹ ਪੜ੍ਹ ਪਾਵਹਿ ਮਾਨ, ਜਦੋਂ ਉੱਥੇ ਬਹਿ ਕੇ ਬਾਣੀ ਵਾਰ-ਵਾਰ ਆਪਾਂ ਉਚਾਰਨ ਕੀਤੀ, ਪੜ੍ਹੀ ਹੈ, ਅਤੇ ਪਾਵਹਿ ਮਾਨ, ਮਾਨ ਦੀ ਪ੍ਰਾਪਤੀ ਹੋਵੇਗੀ। ਆਦਰ ਲੈ ਕੇ ਆਵਾਂਗੇ ਗੁਰੂ ਦੇ ਪਾਸੋਂ, ਕੁਝ ਵਡਿਆਈਆਂ ਲੈ ਕੇ ਘਰ ਨੂੰ ਪਰਤਾਂਗੇ। ਇਹ ਪਹਿਲਾਂ ਗੱਲ ਸੁਣੀ ਹੈ ਤਾਂ ਹੀ ਪਤਾ ਚੱਲਿਆ ਹੈ ਨਾ। ਅਤੇ ਮਹਾਰਾਜ ਆਖਦੇ, ਜਦੋਂ ਪਰਮੇਸ਼ਰ ਦੀ ਵਡਿਆਈ ਨੂੰ ਸਰਵਣ ਕੀਤਾ ਜਾਵੇ, ਗੁਰਬਾਣੀ ਪੜ੍ਹੀ ਜਾਵੇ, ਅਤੇ ਮਾਣ ਆਦਰ ਪਾਈਦਾ ਹੈ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ। ਅੱਗੇ ਆਖਦੇ, ਸੁਣਿਆ ਲਾਗੈ ਸਹਿਜ ਧਿਆਨ, ਪਰਮੇਸ਼ਰ ਦੀ ਵਡਿਆਈ ਸੁਣਦਿਆਂ ਹੀ ਸਾਡਾ ਧਿਆਨ ਜਿਹੜਾ ਇਕਾਗਰ ਹੁੰਦਾ ਹੈ। ਹੁਣ ਜਦੋਂ ਗੁਰਬਾਣੀ ਦੇ ਕੁਝ ਸ਼ਬਦਾਂ ਨੂੰ ਆਪਾਂ ਪੜ੍ਹਿਆ, ਜਿਹਦੇ ਅੰਦਰ ਮਹਾਰਾਜ ਸਾਨੂੰ ਕਹਿੰਦੇ ਨੇ ਕਿ ਇੱਦਾਂ ਇਹ ਚੀਜ਼ ਨੂੰ ਸਰਵਣ ਕਰਨਾ ਹੈ, ਇੱਦਾਂ ਇਹ ਸੇਵਾ ਕਰਨੀ ਹੈ, ਇੱਦਾਂ ਆ ਨਿਯਮ ਦੇ ਪਾਬੰਦ ਹੋਣਾ ਹੈ।
ਜਦੋਂ ਆਪਾਂ ਉਸੇ ਅਨੁਸਾਰ ਚੱਲੇ ਤੇ ਲੱਗ ਗਏ ਸਹਿਜ ਧਿਆਨ, ਸਹਿਜੇ ਹੀ ਜਿਹੜਾ ਸਾਡਾ ਧਿਆਨ ਬਿਰਤੀ ਉਹ ਇਕਾਗਰ ਹੋ ਜਾਂਦੀ ਹੈ। ਗੁਰੂ ਦੇ ਬਚਨਾਂ ਨੂੰ ਸੁਣਦੇ ਹਾਂ, ਇਹ ਸਾਡੇ ਅੰਦਰ ਕੁਝ ਐਸੇ ਗੁਣ ਆ ਜਾਂਦੇ। ਪਤਾ ਚੱਲਦਾ ਹੈ ਗੁਰੂ ਕੇ ਬਚਨਾਂ ਦੇ ਵਿੱਚੋਂ ਕਿ ਮਹਾਰਾਜ ਕਹਿੰਦੇ ਜੇ ਜੀਵਨ ਅੰਦਰ ਧਿਆਨ ਨੂੰ ਟਿਕਾਉਣਾ ਹੈ, ਕਿਉਂਕਿ ਭੱਟਾਂ ਨੇ ਬਚਨ ਕਹੇ ਨੇ, ਭਾਈ ਗੁਰਦਾਸ ਸਾਹਿਬ ਜੀ ਵੀ ਆਪਣੀ ਵਾਰਾਂ ਅੰਦਰ ਆਖਦੇ ਨੇ ਕਿ ਸਾਰਿਆਂ ਤੋਂ ਵੱਡਾ ਜਿਹੜਾ ਗੁਰੂ ਦਾ ਗਿਆਨ ਹੀ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਸਾਰੇ ਗਿਆਨਾਂ ਦੇ ਵਿੱਚੋਂ ਗੁਰੂ ਦਾ ਗਿਆਨ ਵੱਡਾ ਹੈ। ਜੇ ਧਿਆਨ ਲਾਉਣਾ ਕਿਸੇ ਸਿੱਖ ਨੇ, ਉਹ ਗੁਰੂ ਦਾ ਧਿਆਨ ਧਾਰੇ। ਕਈ ਕਿਸੇ ਵੇਲੇ ਸੰਗਤ ਜੀ ਪੁੱਛਦੇ ਕਿ ਜਦੋਂ ਸਿਮਰਨ ਕਰਦੇ ਹਾਂ ਤੇ ਉਦੋਂ ਧਿਆਨ ਕਿਹਦਾ ਲਾਉਣਾ ਚਾਹੀਦਾ ਹੈ। ਸਿੱਖਾਂ ਨੇ ਸੰਗਤ ਜੀ ਗੁਰੂ ਤੋਂ ਬਿਨਾਂ ਹੋਰ ਧਿਆਨ ਕਿਹਦਾ ਧਾਰਨਾ। ਇਹੀ ਸਮਝ ਲਓ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਸਾਹਮਣੇ ਬੈਠੇ ਹੋਏ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਅੱਖਾਂ ਅੱਗੇ ਲੈ ਕੇ ਆਓ, ਇਹੀ ਸਾਡੇ ਸਿੱਖਾਂ ਨੇ ਸੰਗਤ ਜੀ ਧਿਆਨ ਧਾਰਨਾ ਹੁੰਦਾ ਹੈ। ਇਹ ਪੁਰਾਣੇ ਸਰੋਤ ਜਾਂ ਵੱਡੇ ਜਿਹੜੇ ਕੁਝ ਜਿਨ੍ਹਾਂ ਨੇ ਜੀਵਨ ਅੰਦਰ ਕਮਾਈ ਕੀਤੀ, ਉਹਨਾਂ ਦੇ ਪਾਸੋਂ ਸੰਗਤ ਜੀ ਸੁਣਿਆ ਪੜ੍ਹਿਆ ਵੀ ਸੀ ਕਿ ਇੱਦਾਂ ਫਿਰ ਜੀਵਨ ਅੰਦਰ ਜੇ ਧਿਆਨ ਲਾਉਣਾ ਤਾਂ ਇੱਦਾਂ ਲਾਇਆ ਜਾਂਦਾ। ਇੱਥੇ ਮਹਾਰਾਜ ਆਖਦੇ ਨੇ, ਸੁਣਿਆ ਲਾਗਿਆ ਸਹਿਜ। ਜਦੋਂ ਪਰਮੇਸ਼ਰ ਦੀ ਵਡਿਆਈ ਸਰਵਣ ਕਰਦੇ ਹਾਂ, ਸਹਿਜੇ ਹੀ ਸਾਡਾ ਧਿਆਨ ਜਿਹੜਾ ਇਕਾਗਰ ਹੋ ਜਾਂਦਾ। ਜਾਂ ਜਿਨ੍ਹਾਂ ਨੇ ਅਸਲ ਦੇ ਵਿੱਚ ਵਡਿਆਈ ਨੂੰ ਸੁਣਿਆ ਹੈ, ਉਹੀ ਜਿਹੜੇ ਪਿੱਛੇ ਆਪਾਂ ਬਚਨ ਪੜ੍ਹੇ ਸੀ, ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਰਾਹੀਂ, ਉਹਨਾਂ ਦਾ ਫਿਰ ਧਿਆਨ ਜੁੜ ਜਾਂਦਾ ਹੈ। ਜਿਨ੍ਹਾਂ ਨੇ ਅਜੇ ਤੱਕ ਬਾਹਰੀ ਕੰਨਾਂ ਦੇ ਨਾਲ ਹੀ ਗੱਲਾਂ ਸੁਣੀਆਂ, ਉਹਨਾਂ ਦਾ ਧਿਆਨ ਸੰਗਤ ਜੀ ਕਿੱਥੋਂ ਇਕਾਗਰ ਹੋਵੇਗਾ। ਅਤੇ ਜਦੋਂ ਆਪਾਂ ਅੰਤਰੀਵ ਕੰਨਾਂ ਦੇ ਰਾਹੀਂ ਗੁਰੂ ਦੀ ਗੱਲ ਨੂੰ ਸੁਣਦੇ, ਕਿਉਂਕਿ ਜਿਹੜੇ ਗੁਰੂ ਦੇ ਸ਼ਬਦ ਨੇ, ਇਹ ਸ਼ਬਦ ਜਿਹੜਾ ਹੁੰਦਾ ਜੋ ਮਹਾਰਾਜ ਜੀ ਦੇ ਮੁਖਾਰਬਿੰਦ ਦੇ ਵਿੱਚੋਂ ਨਿਕਲਿਆ ਹੈ, ਇੱਕ ਤਾਂ ਲਿਖਤੀ ਰੂਪ ਅੰਦਰ ਆਪਾਂ ਦੇਖਦੇ, ਇੱਕ ਸੂਖਸ਼ਮ ਸ਼ਬਦ ਨੇ ਜੋ ਸਾਡੇ ਜੀਵਨ ਨੂੰ ਸਵਾਰਦੇ, ਜੋ ਆਪਾਂ ਹਿਰਦੇ 'ਤੇ ਲਿਖਣੇ ਹੁੰਦੇ ਨੇ। ਕਿਉਂਕਿ ਜੇ ਬਾਹਰੀ ਕਾਪੀ ਪੈਨ 'ਤੇ ਕਾਪੀ ਦੇ ਉੱਪਰ ਪੈਨ ਨਾਲ ਲਿਖਾਂਗੇ, ਕਿਤੇ ਨਾ ਕਿਤੇ ਉਹ ਮਿਟ ਜਾਂਦੇ। ਅਤੇ ਗੁਰਬਾਣੀ ਨੇ ਵੀ ਆਖਿਆ ਹੈ, ਹਿਰਦੇ ਹੀ ਲਿਖ ਲੇ ਹੋ। ਉਹ ਹਿਰਦੇ ਅੰਦਰ ਆਪਾਂ ਸ਼ਬਦ ਸੰਗਤ ਜੀ ਉਹਦਾ ਦਾ ਉਤਾਰਾ ਕਰਨਾ ਸੀ। ਅਤੇ ਜਦੋਂ ਹਿਰਦੇ 'ਤੇ ਉਹ ਸ਼ਬਦ ਆਪਾਂ ਲਿਖ ਲਏ ਪ੍ਰੇਮ ਰੂਪੀ ਕਲਮ ਦੇ ਰਾਹੀਂ, ਆਪਣੇ ਮਨ ਨੂੰ ਹੀ ਸੰਗਤ ਜੀ ਕਾਗਜ਼ ਬਣਾ ਕੇ, ਫਿਰ ਉਹ ਕਦੇ ਵੀ ਉਹਦੇ ਤੋਂ ਦੂਰ ਨਹੀਂ ਹੁੰਦੇ, ਮਿਟਦੇ ਨਹੀਂ। ਫਿਰ ਜਿਹੜਾ ਇਹ ਸੰਗਤ ਜੀ ਸੂਖਸ਼ਮ ਸ਼ਬਦ ਹੈ, ਇਹਦੇ ਵਿੱਚ ਧਿਆਨ ਤਾਂ ਹੀ ਜੁੜੇਗਾ ਨਾ ਜਦੋਂ ਸਾਡੇ ਕੰਨ ਸੂਖਸ਼ਮ ਹੋਣਗੇ। ਹੁਣ ਜਿਹੜੀ ਚੀਜ਼ ਪ੍ਰਤੱਖ ਅੱਖਾਂ ਦੇ ਨਾਲ ਨਹੀਂ ਦੇਖੀਦੀ ਦਿਸਦੀ, ਉਹ ਆਪਾਂ ਮਾਈਕਰੋਸਕੋਪ ਦੇ ਰਾਹੀਂ ਦੇਖਦੇ ਹਾਂ। ਸੂਖਸ਼ਮ ਜਿਹੜੀ ਚੀਜ਼ ਹੈ, ਕੁਝ ਕੀਟਾਣੂ ਨੇ, ਕੋਈ ਯੰਤਰ ਦੇ ਨਾਲ ਹੀ ਆਪਾਂ ਲੱਭਦੇ ਹਾਂ ਨਾ। ਇਸੇ ਤਰ੍ਹਾਂ ਫਿਰ ਸਾਡੇ ਕੋਲ ਯੰਤਰ ਕਹਿ ਲਓ ਸ਼ਰਧਾ ਅਤੇ ਵਿਸ਼ਵਾਸ ਦੇ। ਸੂਖਸ਼ਮ ਜਿਹੜੀ ਚੀਜ਼ ਸਾਡੇ ਹਿਰਦੇ ਅੰਦਰ ਤਾਂ ਹੀ ਧਾਰਨ ਹੋਵੇਗੀ। ਅਤੇ ਮਹਾਰਾਜ ਕਹਿੰਦੇ, ਨਾਨਕ ਭਗਤਾ ਸਦਾ ਵਿਗਾਸ। ਜਦੋਂ ਭਗਤ ਜਨ ਇਹ ਸਿਧਾਂਤ ਨੂੰ ਸਮਝ ਜਾਂਦੇ ਨੇ, ਵਡਿਆਈ ਨੂੰ ਸੁਣ ਕੇ, ਅਤੇ ਉਹਨਾਂ ਦੇ ਹਿਰਦੇ ਅੰਦਰ ਖੇੜਾ ਬਣ ਜਾਂਦਾ। ਅਤੇ ਜਦੋਂ ਖੇੜਾ ਬਣ ਗਿਆ, ਸੁਣਿਆ ਦੁੱਖ ਪਾਪ ਕਾ ਨਾਸ। ਸਾਰੇ ਦੁੱਖਾਂ ਦਾ, ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ, ਪਾਪ ਨਾਸ਼ ਹੋ ਜਾਂਦੇ ਸਾਰੇ, ਜੇ ਕਿਤੇ ਭੁੱਲ ਭੁਲੇਖੇ ਹੋ ਵੀ ਗਏ ਹੋਣ। ਜਿਹੜੇ ਭਗਤ ਜਨ ਨੇ ਪਾਪ ਸੰਗਤ ਜੀ ਕਰਮ ਕਰਦੇ ਨਹੀਂ, ਅਤੇ ਪੁੰਨ ਉਹਨਾਂ ਦੇ ਕੋਲੋਂ ਹੁੰਦਾ ਨਹੀਂ, ਕਿਉਂਕਿ ਉਹ ਇੱਛਾ ਨਹੀਂ ਰੱਖਦੇ ਕੋਈ ਕਿਸੇ ਨੂੰ ਵਸਤੂ ਦੇ ਕੇ। ਜੇ ਕਿਤੇ ਇੱਛਾ ਰੱਖੀ ਜਾਵੇ, ਫਿਰ ਉਹ ਪੁੰਨ ਕਰਮ ਹੈ। ਅਤੇ ਪੁੰਨਾਂ ਕਰਮਾਂ ਦੇ ਵਿੱਚ, ਪਾਪਾਂ ਕਰਮਾਂ ਦੇ ਵਿੱਚ ਜਿਹੜੇ ਪਏ ਹੋਏ ਨੇ, ਉਹ ਜੀਵਨ ਨੂੰ ਸਫਲ ਨਹੀਂ ਬਣਾ ਸਕਦੇ। ਇਸ ਕਰਕੇ ਜਿਹੜਾ ਪੁੰਨ ਕਰਮ ਕੀਤਾ ਹੈ, ਉਹਦੇ ਬਾਰੇ ਜੇ ਸੋਚਾਂਗੇ, ਨਾ ਕਿਸੇ ਨੂੰ ਵਸਤੂ ਦਿੱਤੀ ਹੈ, ਨਾ ਖਿਆਲ ਲਿਆਂਦਾ ਉਹਦੇ ਬਾਰੇ, ਫਿਰ ਕਹਿ ਲਓ ਕਿ ਉਹ ਪੁੰਨਾਂ ਤੋਂ ਵੀ ਪਰੇ ਹੋ ਜਾਂਦਾ, ਸ੍ਰੇਸ਼ਟ ਹੋ ਜਾਂਦਾ ਹੈ ਸਿੱਖ। ਇੱਥੇ ਮਹਾਰਾਜ ਆਖਦੇ ਨੇ, ਜਦੋਂ ਪਰਮੇਸ਼ਰ ਦੀ ਵਡਿਆਈ ਸਰਵਣ ਕਰਕੇ ਇਹ ਗੱਲਾਂ ਨੂੰ ਆਪਾਂ ਸਮਝ ਗਏ ਅਤੇ ਸੁਣਿਆ ਦੁੱਖ ਪਾਪ ਕਾ ਨਾਸ, ਉਹਨਾਂ ਦਾ ਦੁੱਖ,
ਉਹਨਾਂ ਦੇ ਕੀਤੇ ਹੋਏ ਪਾਪ ਫਿਰ ਸਾਰੇ ਨਾਸ਼ ਹੋ ਜਾਂਦੇ ਨੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 10ਵੀਂ ਪੌੜੀ ਅੰਦਰ ਇਹ ਪਾਵਨ ਸਿਧਾਂਤ ਸਾਨੂੰ ਬਖਸ਼ਿਸ਼ ਕਰਕੇ ਕਿਰਤਾਰਥ ਕੀਤਾ ਹੈ। ਮਹਾਰਾਜ ਕਿਰਪਾ ਕਰਨ ਅਸੀਂ ਗੁਰੂ ਕੇ ਐਸੇ ਪਾਵਨ ਬੋਲਾਂ ਨੂੰ ਸਮਝੀਏ, ਸੁਣੀਏ, ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਰਾਹੀਂ, ਅਤੇ ਸਾਡੇ ਜੀਵਨ ਅੰਦਰ ਫਿਰ ਇਹਨਾਂ ਸ਼ਬਦਾਂ ਦਾ ਅਸਰ ਹੋਵੇ। ਜਿੱਦਾਂ ਮਹਾਰਾਜ ਆਖਦੇ ਕਿ ਹਿਰਦੇ ਹੀ ਲਿਖ ਲਏ ਹੋ, ਇਹੀ ਆਪਾਂ ਇਸੇ ਤਰੀਕੇ ਨਾਲ ਲਿਖੀਏ।